ਸਾਰੇ ਸਰੋਤਿਆਂ ਨੂੰ ਹੈਰੀ ਵੱਲੋਂ ਸਤਿ ਸ੍ਰੀ ਅਕਾਲ। ਅੱਜ ਮੇਰਾ ਖਿਆਲ 2-2.5 ਮਹੀਨੇ ਬਾਅਦ ਆਪਾਂ ਮੌਕਾ ਮਿਲਿਆ ਇਸ ਸੀਟ ਤੇ ਬੈਠਣ ਨੂੰ। ਤੇ ਪਹਿਲਾਂ ਸਵਾਗਤ ਕਰੀਏ ਬੰਗੜ ਸਾਹਿਬ ਦਾ। ਬੰਗੜ ਸਾਹਿਬ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਭ ਨੂੰ, ਔਰ ਸਾਡੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਸੁਣ ਰਹੇ ਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬੀਲੇਟਡ ਹੈਪੀ ਦੀਵਾਲੀ। ਹਾਂਜੀ ਬਿਲਕੁਲ ਜੀ, ਹੈਪੀ ਦੀਵਾਲੀ ਸਾਰਿਆਂ ਨੂੰ। ਤੇ ਨਾਲ ਹੈਪੀ ਦੀਵਾਲੀ ਦੇ ਨਾਲ ਆਪਾਂ ਥੋੜ੍ਹੇ ਜਿਹੇ ਟਾਕ ਸ਼ੋ ਵੀ ਕਰਨਾ ਵੀ ਆਪਾਂ ਬਿਲਕੁਲ ਨਵੇਂ ਲਾ ਕੀ ਆਏ ਆ, ਚੱਲ ਕੀ ਰਿਹਾ, ਕਿਉਂਕਿ ਮੈਂ 2-2.5 ਮਹੀਨੇ ਜਿਹੜਾ ਕਿ ਗੈਪ ਰਿਹਾ ਮੇਰਾ ਇਸ ਟਾਕ ਸ਼ੋ ਤੋਂ ਬਿਨਾਂ ਆਪਾਂ ਵੀ ਰਹੇ ਹਾਂ। ਚਲੋ ਗੱਲਬਾਤ ਹੁੰਦੀ ਰਹਿੰਦੀ ਆ ਫਿਰ ਵੀ, ਪਰ ਜੋ ਇਸ ਕੁਰਸੀ ਤੇ ਆ ਕੇ ਗੱਲਾਂ ਬਾਤਾਂ ਹੁੰਦੀਆਂ ਤਾਂ ਉਹ ਮਿਲੀਆਂ ਨਹੀਂ ਮੈਨੂੰ। ਤੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਫਿਰ ਉਹ ਇਮੀਗ੍ਰੇਸ਼ਨ ਵਾਲੀ। ਬਿਲਕੁਲ ਜੀ, ਪਰ ਇਮੀਗ੍ਰੇਸ਼ਨ ਤੋਂ ਪਹਿਲਾਂ ਅੱਜ ਮੈਂ ਤੁਹਾਡੀ ਵੀ ਇੰਟਰਵਿਊ ਲੈਣੀ ਹੈ। ਬਿਲਕੁਲ ਜੀ, ਤੁਸੀਂ 2-2.5 ਮਹੀਨੇ ਬਾਅਦ ਇੱਥੇ ਇਸ ਸਟੂਡੀਓ 'ਚ ਬੈਠੇ ਆਪਾਂ। ਹਾਂਜੀ ਬਿਲਕੁਲ ਪ੍ਰੋਗਰਾਮ ਕਰ ਰਹੇ ਹਾਂ ਤੇ ਮੇਰੇ ਕੋਲ ਵੀ ਪੁੱਛਣ ਵਾਲਾ ਬਹੁਤ ਸਾਰਾ ਮਟੀਰੀਅਲ ਪਿਆ ਤੁਹਾਡੇ ਕੋਲ। ਠੀਕ ਹੈ ਜੀ। ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ ਇੰਡੀਆ। ਵੈਸੇ ਤਾਂ ਕਿਸੇ ਵੀ ਇੰਡੀਅਨ ਨੂੰ ਜਿਹਨੇ ਆਪਣੀ ਲਾਈਫ ਦਾ ਕੋਈ ਵੀ ਸਾਲ ਇੱਕ ਗੁਜ਼ਾਰਿਆ ਉੱਥੇ ਪਹਿਲਾਂ ਔਰ ਉਹ ਇੱਥੇ ਮਾਈਗ੍ਰੇਟ ਹੋ ਕੇ ਆਇਆ, ਉਹਨੂੰ ਇਹ ਪੁੱਛਣ ਦੀ ਲੋੜ ਨਹੀਂ ਕਿ ਇੰਡੀਆ ਕਿਵੇਂ ਰਿਹਾ। ਹਾਂਜੀ ਵਧੀਆ ਹੀ ਰਹਿੰਦਾ ਹੁੰਦਾ ਆਲਵੇਜ਼, ਤੇ ਪਰ ਫਿਰ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ। ਦੇਖੋ ਜੀ ਸਰੋਤਿਓ, ਮੈਂ ਕੋਵਿਡ ਤੋਂ ਬਾਅਦ ਕਹਿੰਦੇ ਹੁੰਦੇ ਹੈਗੇ ਆ ਪਹਿਲੀ ਵਾਰੀ 2-2.5 ਮਹੀਨੇ ਬਾਅਦ 2 ਸਾਲ ਬਾਅਦ ਗਏ ਆ ਕੋਵਿਡ ਤੋਂ ਬਾਅਦ, ਜਿਹੜਾ ਪਹਿਲੀ ਵਾਰੀ ਗਏ ਆ। ਇਹਦੇ ਵਿੱਚ ਚੰਗਾ ਵੀ ਸੀ ਮਾੜਾ ਵੀ ਸੀ, ਦੋਨੇ ਐਕਸਪੀਰੀਅੰਸ ਆ। ਚਲੋ ਆਪਾਂ ਦਰਸ਼ਕਾਂ ਨੂੰ ਪਹਿਲਾਂ ਚੰਗੇ ਤੋਂ ਸ਼ੁਰੂ ਕਰਦੇ ਹਾਂ, ਕੁਝ ਪੋਜ਼ਿਟਿਵ। ਚੰਗਾ ਇਹ ਸੀ ਮੈਂ ਆਪਣੇ ਦੇਸ਼ ਗਿਆ, ਮਿੱਟੀ ਨਾਲ ਜੁੜਿਆ, ਪੰਜਾਬ ਦੇ ਵਿੱਚ ਗਿਆ ਔਰ ਫੈਮਿਲੀ ਨੂੰ ਮਿਲਿਆ, ਯਾਰ ਦੋਸਤਾਂ ਨੂੰ ਮਿਲਿਆ। ਕੁਛ ਉੱਥੇ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਸੀਗੀਆਂ ਉਹ ਸੀ। ਕੁਛ ਐਸੇ ਜਿਹੇ ਦੋਸਤ ਕਈ ਵਾਰੀ ਤੁਸੀਂ ਸੋਚਿਆ ਨਹੀਂ ਹੁੰਦਾ ਬਈ ਕੋਈ ਗੱਲ ਤੁਹਾਡੇ ਨਾਲ ਹੋ ਜਾਊਗੀ, ਨਹੀਂ ਹੋ ਜਾਊਗੀ, ਵਾਪਰੂਗੀ ਨਹੀਂ ਵਾਪਰੂਗੀ। ਤੇ ਕਈ ਮੇਰੇ ਯਾਰ ਦੋਸਤ ਜਿਹੜੇ ਖਾਸ ਇੱਕ ਜਿਗਰੀ ਯਾਰ ਜਿਹੜਾ ਕਿ ਮੇਰਾ ਉਹ 10 ਦਿਨ ਬਾਅਦ ਜਦੋਂ ਮੈਂ ਗਿਆ, ਉਸ ਤੋਂ ਬਾਅਦ ਮਿਲਣ ਤੋਂ ਬਾਅਦ ਹੀ 10 ਦਿਨ ਬਾਅਦ ਪਾਸਟ ਹੋ ਗਿਆ। ਉਹ ਬੈਡ ਨਿਊਜ਼ ਸੀ ਮੇਲੇ। ਫਿਰ ਉਸ ਤੋਂ ਬਾਅਦ ਮੇਰੇ ਚਾਚਾ ਜੀ ਦਾ ਮੁੰਡਾ ਜੰਗ ਸੀਗਾ, ਉਹਦੀ ਡੈਥ ਹੋ ਗਈ। ਤੇ ਮਤਲਬ ਕੀ ਵਜ੍ਹਾ ਰਹੀ ਇਹਨਾਂ ਦੀ ਵੈਸੇ? ਜਿਹੜਾ ਕਿ ਸਾਡੇ ਸਾਬਕਾ ਸਰਪੰਚ ਸਾਹਿਬ ਸੀਗੇ, ਮੇਰੇ ਜਿਗਰੀ ਯਾਰ ਸੀਗੇ, ਉਹਨਾਂ ਨੂੰ ਤਾਂ ਸ਼ੂਗਰ ਸੀਗੀ, ਉਹਨਾਂ ਕਰਕੇ ਤੇ ਡਾਇਬਟੀਜ਼ ਜ਼ਿਆਦਾ ਵੱਧ ਗਏ ਤੇ ਉਹਦੇ ਕਰਕੇ ਨੁਕਸ। ਦੂਸਰਾ ਜਿਹੜਾ ਕਿ ਅੱਜ ਕੱਲ੍ਹ ਨਸ਼ਿਆਂ ਦਾ ਸੀਗਾ, ਉਹ ਜਿਹੜੇ ਚਾਚਾ ਜੀ ਦਾ ਸਾਡੇ ਮੁੰਡਾ ਸੀਗਾ, ਉਹ ਮੇਰਾ ਖਿਆਲ 38 ਤੋਂ 40 ਸਾਲ ਸੀਗਾ, ਉਹ ਨਸ਼ਿਆਂ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ। ਚਲੋ ਹੋਇਆ ਤਾਂ ਬਹੁਤ ਮਾੜਾ, ਪਰ ਨਸ਼ੇ ਬਹੁਤ ਜ਼ਿਆਦਾ ਉੱਥੇ ਜੀ। ਹਾਂਜੀ, ਇਹਦੇ ਕਰਕੇ ਥੋੜ੍ਹਾ ਜਿਹਾ ਮਾੜਾ ਹੋਇਆ। ਚੰਗਾ ਇਹ ਹੋਇਆ ਵੀ ਆਪਾਂ ਫਨ ਕੀਤਾ ਉੱਥੇ 2-2.5 ਮਹੀਨੇ ਗਿਆ। ਮੈਂ ਮਹੀਨੇ ਲਈ ਸੀਗਾ ਤੇ ਕੁਦਰਤੀ ਜਿੱਦਾਂ ਕਹਿ ਲਓ ਕੋਵਿਡ ਕਰਕੇ ਇੱਥੇ ਦੇ ਇਲਾਜ ਜਿਹੜੇ ਸੀਗੇ ਉਹਨਾਂ ਨੇ ਡਿਫਰੈਂਟ ਸੀਗੇ ਵੀ ਹਲੇ ਤੁਸੀਂ ਆ ਨਹੀਂ ਸਕਦੇ। ਮੈਂ ਆ ਰਿਹਾ ਜੀ ਉਹਦੇ ਉੱਪਰ ਹੀ ਆ ਰਿਹਾ ਹਾਂ, ਕਿਉਂਕਿ ਮੇਰਾ ਨੈਕਸਟ ਕੁਐਸਚਨ ਇਹੀ ਹੋਣਾ ਸੀਗਾ ਜੇ ਆਪਾਂ ਆਪਣੀ ਇਮੀਗ੍ਰੇਸ਼ਨ ਜੋ ਆਪਣੇ ਇੱਕ ਸਟਾਕ ਸ਼ੋ ਦਾ ਮਕਸਦ ਵੀ ਹੈਗਾ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਵੇਅਰ ਕਰਨਾ ਵੀ। ਬਿਲਕੁਲ, ਸਰੋਤਿਆਂ ਨੂੰ ਉਹ ਦੱਸਾਂਗੇ ਜਿਹੜੀ ਕਿ ਕਿਸੇ ਦੀ ਜਾਣਕਾਰੀ ਦੇ ਵਿੱਚ ਹੈਗਾ ਕਿ ਨਹੀਂ ਹੈਗਾ। ਅਫਵਾਹਾਂ ਆ ਵੀ ਉਹ ਆ, ਉਹ ਕਰ ਲਓ, ਉਹ ਕਰ ਲਓ, ਮੇਰੇ ਨਾਲ ਬੀਤੀ ਹੋਈ ਆ। ਮੈਂ ਉਹੀ ਦੱਸੂਗਾ ਵੀ ਟਰੈਵਲ ਦੇ ਵਿੱਚ, ਇੰਟਰਨੈਸ਼ਨਲ ਟਰੈਵਲ ਦੇ ਵਿੱਚ ਤੁਹਾਨੂੰ ਕਿਹੜੀਆਂ ਕਰਨੀਆਂ ਪੈਣੀਆਂ ਤੇ ਕੀ ਹੋਊਗਾ ਉਹ ਦੱਸਾਂਗੇ। ਬਿਲਕੁਲ, ਪਹਿਲਾਂ ਮੇਰਾ ਕੁਐਸਚਨ ਇਹਦੇ ਚ ਇਹ ਹੈਗਾ ਵੀਜ਼ਾ ਤੁਸੀਂ ਜਿਹੜਾ ਕਿ ਬਹੁਤ ਸਾਰੇ ਮਤਲਬ ਦਰਸ਼ਕ ਆਪਣੇ ਉਹਨਾਂ ਦੇ ਦਿਮਾਗ 'ਚ ਵੀ ਕੁਐਸਚਨ ਹੋ ਗਿਆ ਵਾਲਾ। ਹਾਂਜੀ, ਤੁਹਾਡੇ ਕੋਲੇ ਵੀਜ਼ਾ ਪਹਿਲਾਂ ਤੋਂ ਸੀਗਾ ਜਾਂ ਉਹ ਪਹਿਲੇ ਵਾਲਾ ਵੀਜ਼ਾ ਤਾਂ ਮੈਂ ਸੁਣਿਆ ਸੀਗਾ ਵੀ ਸਾਰੇ ਉਹ ਨਹੀਂ? ਮੇਰੇ ਕੋਲ ਮੈਨੂੰ ਬਹੁਤ ਜਣਿਆਂ ਨੇ ਇਹ ਕੁਐਸਚਨ ਪੁੱਛਿਆ ਉੱਥੇ ਵੀ, ਜੋ ਇੱਥੋਂ ਜਾਣਾ ਚਾਹੁੰਦੇ ਸੀਗੇ ਪੰਜਾਬ ਦੇ ਵਿੱਚ, ਖਾਸ ਸਾਡੇ ਪਿੰਡ ਦੇ ਨੌਜਵਾਨ ਸੀਗੇ ਜਾਂ ਇੱਥੋਂ ਦੇ ਜਿਹੜੇ ਜਾਣਾ ਚਾਹੁੰਦੇ ਸੀ, ਉਹ ਦੁਸਹਿਰੇ ਦੇ ਮੌਕੇ ਤੇ ਜਾਂ ਫੈਸਟੀਵਲ ਸੀ ਸਾਡਾ ਤੇ ਉੱਥੇ ਜਾਣਾ ਚਾਹੁੰਦੇ ਸੀ। ਉਹ ਪੁੱਛਦੇ ਸੀਗੇ ਵੀ ਤੁਸੀਂ ਵੀਜ਼ਾ ਕਿੱਦਾਂ ਲਿਆ। ਪਹਿਲੀ ਗੱਲ ਇਹ ਮੈਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਵੀ ਵੀਜ਼ਾ ਕਿੱਦਾਂ ਲੈਣਾ ਸੀ ਕੀ ਨਹੀਂ। ਮੈਂ ਸਿਰਫ ਫਾਰਮ ਭਰਿਆ ਇੱਥੇ ਸਿੰਪਲ, ਤੇ ਫਾਰਮ ਭਰ ਕੇ ਜਿੱਦਾਂ ਵੀ ਆਨਲਾਈਨ ਭਰ ਕੇ ਤੇ ਉਹਨਾਂ ਨੂੰ ਜਾ ਕੇ ਡਾਕੂਮੈਂਟਸ ਦਿੱਤੇ। ਤੁਸੀਂ ਇਨ ਪਰਸਨ ਸਬਮਿਟ ਕਰਾਏ? ਹਾਂਜੀ, ਸਬਮਿਟ ਕਰਾਤੇ। ਇੱਥੇ BLS ਕਰਵਾਏ ਜਾਂ ਟੋਰਾਂਟੋ? ਨਹੀਂ, ਇੱਥੇ BLS। ਓਕੇ, BLS ਤੇ ਕਰਾ ਕੇ ਤੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਇੰਨੇ ਵਜੇ ਅਪਾਇੰਟਮੈਂਟ ਆ ਸਵੇਰੇ, ਤੇ 12:30 ਵਜੇ ਦੀ ਮੇਰੀ ਅਪਾਇੰਟਮੈਂਟ ਸੀ। ਮੈਂ ਜਾ ਕੇ ਉਹਨਾਂ ਨੂੰ ਸਬਮਿਟ ਕੀਤਾ। ਉਹਦੇ ਵਿੱਚ 2 ਡਾਕੂਮੈਂਟਸ ਮੇਰੇ MS ਸੀਗੇ ਵੀ ਇੱਕ ਤਾਂ ਪਾਸਪੋਰਟ ਮੇਰਾ ਜਿਹੜਾ ਕਿ ਇੰਡੀਅਨ ਪਾਸਪੋਰਟ, ਕਿਉਂਕਿ ਪਾਸਪੋਰਟ ਤਾਂ ਮੇਰੇ ਕੋਲ ਇੰਡੀਅਨ ਪਾਸਪੋਰਟ ਹੈ ਹੀ ਨਹੀਂ ਸੀਗਾ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਮੇਰਾ ਪਾਸਪੋਰਟ ਤਾਂ ਹੈ ਹੀ ਨਹੀਂ, ਮੈਨੂੰ ਤਾਂ 20 ਸਾਲ ਹੋ ਗਏ ਮੈਨੂੰ ਤਾਂ ਲਏ ਨੂੰ ਸਿਟੀਜ਼ਨ, ਮੈਂ ਕਿੱਥੇ ਕੈਰੀ ਕਰਦਾ। ਫਿਰ ਉਹ ਕਹਿੰਦੇ ਸੀ ਕੋਈ ਪ੍ਰੂਫ ਤੁਹਾਡੇ ਕੋਲ ਪੁਰਾਣਾ ਇਮੀਗ੍ਰੇਸ਼ਨ ਦਾ, ਇਹ ਨਵੇਂ ਲਾ ਬਣੇ ਆ। ਫਿਰ ਮੈਂ ਆਪਣੇ ਭਾਂਜੇ ਨੂੰ ਫੋਨ ਕੀਤਾ, ਇੰਡੀਆ ਉੱਥੇ ਖੜੇ ਨੇ, ਤੇ ਮੈਂ ਕਿਹਾ ਵੀ ਕੋਈ ਤੇਰੇ ਕੋਲ ਮੇਰਾ PR ਦਾ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਪ੍ਰੂਫ ਪਿਆ?
ਅੱਛਾ ਕੈਨੇਡੀਅਨ ਇਮੀਗ੍ਰੇਸ਼ਨ ਹਾਂਜੀ ਕੈਨੇਡੀਅਨ ਲੈਂਡਰ ਦਾ ਪਿਆ ਕੋਈ ਅੱਛਾ ਠੀਕ ਪੁਰਾਣਾ ਕੋਈ ਫਾਈਲ ਪਈ ਤੇਰੇ ਕੋਲ, ਉਹ ਸੰਭਾਲ ਕੇ ਰੱਖਦਾ ਸਾਰੇ ਪੇਪਰ ਮੇਰੇ। ਉਹ ਕਹਿੰਦਾ ਮਾਮਾ ਜੀ ਮੇਰਾ ਇੱਕ ਤੁਹਾਡਾ ਇਮੀਗ੍ਰੇਸ਼ਨ ਦਾ ਲੈਂਡਰ ਪੇਪਰ ਦਾ ਪਿਆ ਆ, ਉਹ ਮੈਂ ਭੇਜਦਾ। ਉਹਨੇ WhatsApp ਕੀਤਾ, ਉਸ ਵੇਲੇ ਮੈਂ ਉਹਨਾਂ ਨੂੰ ਦਿਖਾਇਆ, ਉਹਨਾਂ ਨੇ ਈਮੇਲ ਕੀਤੀ ਤੇ ਕਢਾ ਕੇ ਤੇ ਮੈਨੂੰ ਕਹਿੰਦੇ ਇੰਨੇ ਪੈਸੇ ਤੇ ਜਾਓ ਜੀ, ਆਹ ਵੀਜ਼ੇ ਦਾ ਕੰਮ ਹੋਇਆ ਮੇਰਾ। ਚਲੋ ਵੈਰੀ ਗੁੱਡ ਜੀ। ਮੈਂ ਇੱਥੇ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ, ਅਸੀਂ ਜਲਦੀ ਗੱਲਬਾਤ ਦੇ ਵਿੱਚ, ਕਿਉਂਕਿ ਮੈਨੂੰ ਤਾਂ ਪਤਾ ਹੈਗਾ BLS ਜਾਂ ਟੋਰਾਂਟੋ ਜਾਂ ਕੀ ਚੀਜ਼ ਹੈਗਾ, ਪਰ BLS ਦੇ ਕਹਿਣ ਦਾ ਭਾਵ ਇਹ ਸੀਗਾ ਸਾਡੇ ਬ੍ਰੈਂਪਟਨ ਦੇ ਵਿੱਚ ਇੱਥੇ BLS ਸਰਵਿਸਿਜ਼ ਹੈਗੀਆਂ ਨੇ ਜਿਹੜੀ ਕਿ ਇੰਡੀਅਨ ਵੀਜ਼ਾਸ ਨੂੰ ਜਾਂ ਇੰਡੀਅਨ ਪਾਸਪੋਰਟ ਸਰਵਿਸਿਜ਼ ਨੂੰ ਡੀਲ ਕਰਦੀਆਂ। ਬਿਲਕੁਲ ਜੀ, ਤੇ ਉਹ ਥਰਡ ਪਾਰਟੀ ਹੈ, ਥਰਡ ਪਾਰਟੀ ਹੈਗੀ ਹੈ, ਉਹ ਦੈਟ ਇਜ਼ ਬਾਈ ਕੰਟਰੈਕਟਡ ਬਾਈ ਦ ਇੰਡੀਅਨ ਗਵਰਨਮੈਂਟ। ਉਹ ਸਾਰੇ ਪੇਪਰ ਸਾਡੇ ਤਿਆਰ ਕਰਕੇ ਉਹ ਟੋਰਾਂਟੋ ਜਿਹੜਾ ਇੰਡੀਅਨ ਕੌਂਸੂਲੇਟ ਟੋਰਾਂਟੋ ਹੈਗਾ ਉੱਥੇ ਭੇਜਦੇ ਹੈਗੇ ਨੇ। ਤਾਂ ਮੇਰੇ ਪੁੱਛਣ ਦਾ ਮਤਲਬ ਇਹ ਸੀ ਵੀ ਤੁਸੀਂ ਡਾਇਰੈਕਟ ਕੌਂਸੂਲੇਟ ਇੰਡੀਅਨ ਕੌਂਸੂਲੇਟ ਟੋਰਾਂਟੋ 'ਚ ਜਾ ਕੇ ਤੁਸੀਂ ਨਹੀਂ, ਇਹਦੇ ਵਿੱਚ ਇਹ ਆ, ਹਾਂਜੀ ਇਹਦੇ ਵਿੱਚ ਇਹ ਆ ਬਗੜ ਸਾਹਿਬ, ਕਈ ਬੰਦੇ ਨੇ ਪੁੱਛਿਆ ਜੀ ਤੁਹਾਨੂੰ ਕੋਈ ਸਪੈਸ਼ਲ ਲੈਟਰ ਲਿਖਣਾ ਪਿਆ ਵੀ ਸਪੈਸ਼ਲ ਅਪਾਇੰਟਮੈਂਟ ਲੈਣੀ ਪਈ? ਮੈਨੂੰ ਕੁਝ ਨਹੀਂ ਲੈਣਾ ਪਿਆ, ਮੈਂ ਸ਼ਾਇਦ ਲੱਕੀ ਹੋਵਾਂ ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਹੈ ਕੋਈ ਸਪੈਸ਼ਲ ਉੱਥੋਂ ਇਨਵੀਟੇਸ਼ਨ ਹੋਣਾ ਚਾਹੀਦਾ ਜੇ ਕਿ ਤੁਹਾਨੂੰ ਕੰਮ ਆ ਉੱਥੇ ਇੰਡੀਆ ਜਾਣ ਦਾ। ਰਿਕੁਆਇਰਮੈਂਟ ਨਹੀਂ ਹੈਗੀ ਹੈਗੀ ਹੈ ਮੇਰਾ ਖਿਆਲ। ਓਕੇ, ਤੇ ਤੁਸੀਂ ਉਹ ਕਿਉਂਕਿ ਇੱਕ ਦੋ ਨੇ ਅਪਲਾਈ ਕੀਤਾ ਤੇ ਉਹਨਾਂ ਦਾ ਰਿਫਿਊਜ਼ ਕਰ ਦਿੱਤਾ, ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੂੰ ਕਿੱਦਾਂ ਵੀਜ਼ਾ ਲੈ ਕੇ ਗਿਆ ਸੀ, ਤੇ ਮੈਂ ਕਿਹਾ ਮੈਂ ਤਾਂ ਸਿੰਪਲ ਲੈ ਕੇ, ਕਹਿੰਦੇ ਹੋ ਹੀ ਨਹੀਂ ਸਕਦਾ। ਉਹਨਾਂ ਨੇ ਮੇਰੇ ਤੇ ਬਿਲੀਵ ਨਹੀਂ ਕੀਤਾ, ਮੈਨੂੰ ਤਾਂ ਜੋ ਮੇਰੇ ਤੇ ਬੀਤੀ ਹੈ ਮੈਂ ਤਾਂ ਉਹੀ ਦੱਸਣਾ ਹਨਾ। ਤੇ ਮੈਂ ਤਾਂ ਸਾਫ਼ ਉਹਨਾਂ ਨੂੰ ਦੱਸਿਆ ਵੀ ਮੈਂ ਤਾਂ ਕੁਝ ਨਹੀਂ ਕੀਤਾ ਭਰਾਵੋ, ਨਾ ਅਪਾਇੰਟਮੈਂਟ ਲਈ ਆ, ਨਾ ਕੋਈ ਮੈਨੂੰ ਸਪੈਸ਼ਲ ਕੰਮ ਸੀਗਾ ਹਨਾ। ਜਿੱਦਾਂ ਮੈਂ ਹਰ ਸਾਲ ਬਾਅਦ ਜਾਂਦਾ ਉੱਦਾਂ ਐਤਕੀ ਸਾਲ ਵਿੱਚ ਗਿਆ, 2 ਸਾਲਾਂ ਬਾਅਦ ਗਿਆ ਕੋਵਿਡ ਕਰਕੇ। ਮੈਨੂੰ ਕੋਈ ਵੀਜ਼ੇ ਲਈ ਕੋਈ ਔਖੀ ਨਹੀਂ ਹੋਈ। ਕੋਈ ਔਖ ਨਹੀਂ ਹੋਈ। ਤੇ ਵੀਜ਼ਾ ਲੱਗਿਆ ਕਿ ਨਹੀਂ ਦੇਰ ਦਾ ਸੀਗਾ? ਹਾਂ, ਉਹ ਉਹਨਾਂ ਨੇ ਵੀਜ਼ਾ ਮੈਂ ਤਾਂ ਮੰਗਿਆ ਸੀਗਾ ਜ਼ਿਆਦਾ 5 ਸਾਲ ਦਾ ਜਾਂ 8 ਸਾਲ ਦਾ, ਉਹਨਾਂ ਨੇ ਬਾਅਦ 6 ਮਹੀਨੇ ਦਾ ਦਿੱਤਾ ਮੈਨੂੰ ਵੀਜ਼ਾ। ਤੇ ਫੀਸ ਫਿਰ ਤੋਂ 6 ਮਹੀਨੇ ਦੇ ਹਿਸਾਬ ਨਾਲ ਹੀ ਭਰਵਾਈ ਸੀ? 6 ਮਹੀਨੇ ਦੇ ਹਿਸਾਬ ਨਾਲ ਭਰਵਾਈ ਸੀ ਉਹਨਾਂ ਨੇ ਹਨਾ। ਤੇ ਉਹ ਨਹੀਂ ਵੀ ਤੁਸੀਂ ਫੀਸ ਜ਼ਿਆਦਾ ਦਿਓ ਤੇ ਵੀਜ਼ਾ ਘੱਟ ਲੱਗੇ। ਉਹਨਾਂ ਨੇ ਪੁੱਛਿਆ ਸੀ ਮਹੀਨੇ ਦਾ ਲੈਣਾ ਕਿ 6 ਮਹੀਨੇ ਦਾ ਲੈਣਾ? ਮੈਂ ਕਿਹਾ ਜੋ ਰਿਕੁਆਇਰਮੈਂਟ ਆ ਤੁਸੀਂ ਉਹ ਕਰ ਦਿਓ ਪੂਰੀ। ਮੈਂ ਤਾਂ ਵੈਸੇ ਜਾਣਾ ਤਾਂ ਮਹੀਨੇ ਲਈ 2 ਮਹੀਨੇ ਲਈ। ਕਹਿੰਦੇ ਇਨ ਕੇਸ ਕੋਵਿਡ ਕਰਕੇ ਤੁਹਾਨੂੰ ਸਟਕ ਹੋਣਾ ਪਿਆ ਤੇ 6 ਮਹੀਨੇ ਦਾ। ਤੇ ਉਹਨਾਂ ਨੇ ਘਰ ਪਾਸਪੋਰਟ ਆ ਗਿਆ 30 ਦਿਨ। ਚਲੋ ਬਹੁਤ, ਤਾਂ ਦਰਸ਼ਕਾਂ ਵਾਸਤੇ ਇਹ ਜਾਣਕਾਰੀ ਹੋਣੀ ਬੜੀ ਜ਼ਰੂਰੀ ਸੀ। ਬਿਲਕੁਲ ਜੀ, ਤੁਸੀਂ ਰੀਸੈਂਟਲੀ ਹੋ ਕੇ ਉੱਥੋਂ ਆਏ ਹੈਗੇ। ਹਾਂਜੀ ਹਾਂਜੀ। ਪਰ ਕਿਉਂਕਿ ਤੁਸੀਂ 2 ਮਹੀਨੇ ਪਹਿਲਾਂ ਦੇ ਗਏ ਹੋਏ ਸੀਗੇ ਤਾਂ ਮੇ ਵੀ ਹੋ ਸਕਦਾ ਉਹ 2 ਮਹੀਨੇ ਪਹਿਲਾਂ ਜਿਹੜਾ ਤੁਸੀਂ ਵੀਜ਼ਾ ਲਵਾ ਕੇ ਗਏ ਸੀਗੇ ਤੇ ਅੱਜ ਜਿਹੜਾ ਬੰਦਾ ਇੰਡੀਅਨ ਵੀਜ਼ਾ ਅਪਲਾਈ ਕਰੂਗਾ ਮੇ ਵੀ ਹੋ ਸਕਦਾ ਉਹਦੇ ਜਿਵੇਂ ਕਿ ਤੁਹਾਨੂੰ ਪੁੱਛਿਆ ਮਿੱਤਰਾਂ ਨੇ ਕਿ ਇਨਵੀਟੇਸ਼ਨ ਲੈਟਰ ਨਹੀਂ ਸੀ, ਉਹਦੇ ਵਾਸਤੇ ਮੇ ਵੀ ਹੋ ਸਕਦਾ ਰਿਕੁਆਇਰਮੈਂਟ ਉਹਨਾਂ ਨੇ ਕਰਤੀ। ਮੇਰਾ ਖਿਆਲ ਆ ਉਹਨਾਂ ਨੇ ਕੀਤੀ ਹੋਈ ਆ ਕਿਉਂਕਿ ਕੋਵਿਡ ਕਰਕੇ ਕਾਫੀ ਕੁਝ ਬਦਲਿਆ ਵੀ ਹੈ। ਕਾਫੀ ਕੁਝ ਬਦਲਿਆ ਜੀ। ਇਹਨਾਂ ਨੇ ਕੁਝ ਇੰਡੀਅਨ ਈਵਨ ਕਿ ਤੁਸੀਂ ਖਬਰ ਸੁਣੀ ਹੋਣੀ ਕਿ ਕੁਝ ਜਿਹੜੇ ਉੱਥੇ 에ਅਰਪੋਰਟ ਤੇ ਪਹੁੰਚੇ ਸੀਗੇ ਇੰਡੀਅਨ ਵੀਜ਼ਾ ਲੈ ਕੇ ਉਹਨਾਂ ਨੂੰ ਵਾਪਸ ਵੀ ਭੇਜਿਆ ਉੱਥੋਂ। ਹਾਂਜੀ, ਉਹ ਮੇਰਾ ਖਿਆਲ ਡਿਫਰੈਂਟ ਇਸ਼ੂ ਆ। ਉਹ ਡਿਫਰੈਂਟ ਬਿਲਕੁਲ, ਪਰ ਚੇਂਜਸ ਆਉਂਦੀਆਂ ਹਾਂ, ਉਹ ਡਿਫਰੈਂਟ ਇਸ਼ੂ ਆ ਕਿਉਂਕਿ ਮੇਰਾ ਖਿਆਲ ਇੱਕ ਕੈਲਗਰੀ ਤੋਂ ਗਿਆ ਸੀ, ਪਤਾ ਨਹੀਂ ਕਿੱਥੋਂ ਗਿਆ ਸੀ, ਤੇ ਇੱਕ ਅਮਰੀਕਾ ਤੋਂ ਗਿਆ ਸੀ। ਉਹਨਾਂ ਨੂੰ ਉੱਥੇ ਡਿਫਰੈਂਟ ਉਹਨਾਂ ਨੂੰ ਵਾਪਸ ਕੀਤਾ ਗਿਆ ਵੀ ਇਸ਼ੂ। ਹਾਂ, ਉਹ ਇਮੀਗ੍ਰੇਸ਼ਨ ਦੇ ਰਿਲੇਟਡ ਨਹੀਂ ਸੀ, ਉਹ ਡਿਫਰੈਂਟ ਇਸ਼ੂ ਸੀਗੇ। ਮੇਰਾ ਖਿਆਲ ਕਿਸਾਨੀ ਦੇ ਕਰਕੇ ਉਹਨਾਂ ਨੇ ਫੰਡ ਕੀਤੇ ਸੀਗੇ, ਇਸ ਕਰਕੇ ਗਿਆ ਸੀਗਾ। ਮੇਰੀ ਜਾਣਕਾਰੀ ਦੇ ਵਿੱਚ ਇਹ ਹੈ ਜਿਹੜਾ। ਬਾਕੀ ਦੇਖੋ ਐਕਸਪੀਰੀਅੰਸ ਜਦੋਂ ਬੰਦਾ ਜਾਂਦਾ ਆ ਨਾ ਮੰਗੜ ਸਾਹਿਬ ਤਾਂ ਹੀ ਪਤਾ ਲੱਗਦਾ। ਜੇ ਕਈ ਗੱਲਾਂ ਪਤਾ ਕੀ ਆ ਆਪਣੇ ਕਮਿਊਨਿਟੀ ਦੇ ਵਿੱਚ ਜੋ ਗੱਲ ਤੁਸੀਂ ਕਹਿਤੀ ਮੈਂ ਕਹਿਤੀ ਜਾਂ ਬਿਨਾਂ ਦੇਖੇ ਤੇ ਉਹ ਲੋਕੀ ਵਿਸ਼ਵਾਸ ਕਰ ਲੈਂਦੇ ਆ। ਪਰ ਮੈਂ ਕਹਿੰਦਾ ਲੋਕੋ ਵਿਸ਼ਵਾਸ ਨਾ ਕਰੋ, ਜੋ ਤੁਹਾਡੇ ਨਾਲ ਹੋਈ ਆ ਜਾਂ ਤੁਹਾਡੇ ਨਾਲ ਲੀਗਲ ਤੌਰ ਤੇ ਡਾਕੂਮੈਂਟਸ ਦੇ ਵਿੱਚ ਲਿਖਿਆ ਹੈ ਉਹੀ ਆ। ਮੈਂ ਬਾਅਦ ਚੋਂ ਐਕਸਪੀਰੀਅੰਸ ਆਉਣ ਵਾਲਾ ਵੀ ਹੁਣ ਤਾਂ ਜਾਣ ਵਾਲੇ ਕੀਤਾ ਨਾ, ਹੁਣ ਮੁੜ ਕੇ ਆਉਂਗਾ। ਪਰ ਉਸ ਤੋਂ ਪਹਿਲਾਂ ਮੇਰਾ ਇਧਰੋਂ ਜਾਣ ਵਾਲਿਆਂ ਦੇ ਵਿੱਚ ਇੱਕ ਐਕਸਪੀਰੀਅੰਸ ਮੈਂ ਤੁਹਾਨੂੰ ਹੋਰ ਪੁੱਛਣਾ ਹੈਗਾ। ਹਾਂਜੀ ਹਾਂਜੀ। ਚਲੋ ਤੁਸੀਂ ਵੀਜ਼ਾ ਲੈ ਲਿਆ, ਸਾਰਾ ਕੁਝ ਲੈ ਲਿਆ, ਇੱਥੋਂ 에ਅਰਪੋਰਟ ਤੋਂ ਇੰਡੀਆ ਵਾਸਤੇ ਫਲਾਈ ਕਰਨਾ ਸੀਗਾ। ਹਾਂਜੀ, ਉਦੋਂ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਪੇਸ਼ ਆਈ ਜਾਂ ਉਦੋਂ ਇਹਨਾਂ ਦੀਆਂ ਕੀ ਰਿਕੁਆਇਰਮੈਂਟਸ ਹੈਗੇ ਨੇ ਇੰਡੀਅਨ ਗਵਰਨਮੈਂਟ ਦੀਆਂ? ਨਹੀਂ, ਜਿੱਦਾਂ ਸੁਣਨੇ 'ਚ ਬਹੁਤ ਕੁਝ ਸੀਗਾ ਵੀ ਬਹੁਤ ਕੁਝ ਪੁੱਛਦੇ ਆ, ਬਹੁਤ ਕੁਝ ਡਾਕੂਮੈਂਟਸ ਲੱਗਦੇ ਆ ਵੀ ਇੱਦਾਂ ਕਰਕੇ ਆ ਨਾ। ਉਹ ਜੋ ਵੈਬਸਾਈਟ ਤੇ ਲਿਖਿਆ ਸੀਗਾ ਉਹ ਰਿਕੁਆਇਰਮੈਂਟਾਂ ਮੈਂ ਪੂਰੀਆਂ ਕੀਤੀਆਂ। 72 ਘੰਟੇ ਇੱਥੋਂ ਕੋਵਿਡ ਟੈਸਟ ਕਰਾਇਆ, ਉਹ $225 ਦਾ ਮੇਰਾ ਖਿਆਲ ਲੱਗਦਾ ਇੱਥੇ ਕੋਵਿਡ ਟੈਸਟ ਕਰਾਇਆ ਤੇ 72 ਘੰਟੇ ਦੇ ਵਿੱਚ ਇੱਕ ਮੇਰੇ ਖਿਆਲ ਤੁਸੀਂ ਫਾਰਮ ਭਰਿਆ ਜਿਹੜਾ ਕਿ ਇੰਡੀਆ ਵਾਲਾ ਜਿਹੜਾ ਰੈਵਲ ਇੰਡੀਅਨ ਫਾਰਮ ਹੈਗਾ ਆ, ਉਹ ਜ਼ਰੂਰੀ ਆ। ਉਹ ਕਈਆਂ ਬੰਦਿਆਂ ਨੂੰ ਪਤਾ ਨਹੀਂਗਾ, ਉਹਦੇ ਬਾਰੇ ਤੁਸੀਂ ਦੱਸਣਾ। ਬਿਲਕੁਲ ਜੀ, ਇਹਨਾਂ ਨੇ ਦੱਸਿਆ ਹੈਗਾ ਕਿ ਇੱਕ ਫਾਰਮ ਜ਼ਰੂਰੀ ਹੈਗਾ, ਉਹ ਜਿਹਨੇ ਵੀ ਇੰਡੀਆ ਜਾਣਾ ਹੈਗਾ, ਈਵਨ ਕਿ 에ਅਰਪੋਰਟ ਅਥਾਰਟੀ ਆਫ ਇੰਡੀਆ ਦੀ ਵੈਬਸਾਈਟ ਦੇ ਉੱਪਰ ਵੀ ਉਹ ਫਾਰਮ ਹੈਗਾ। ਉਹ ਫਾਰਮ ਬੇਸਿਕਲੀ ਦੈਟ ਇਜ਼ ਨਥਿੰਗ ਬਟ ਫਿਲਿੰਗ ਇਨ ਯੂਰ ਬੇਸਿਕ ਇਨਫੋਰਮੇਸ਼ਨ ਡਿਟੇਲਸ ਕਿ ਤੁਸੀਂ ਉੱਥੇ ਜਾ ਕੇ
ਰਹਿਣਾ ਕਿਹਦੇ ਕੋਲ ਹੈਗਾ, ਉਹ ਇੱਕ ਇੰਡੀਅਨ ਐਡਰੈਸ ਚਾਹੀਦਾ ਹੈਗਾ, ਇੱਕ ਇੰਡੀਅਨ ਫੋਨ ਨੰਬਰ ਚਾਹੀਦਾ ਹੈਗਾ, ਬਾਕੀ ਤੁਹਾਡੇ ਆਪਣੀ ਟਿਕਟ ਦਾ ਵੇਰਵਾ ਜੀ, ਤੁਹਾਡੀ ਸੀਟ ਨੰਬਰ ਕੀ ਹੈਗਾ, ਫਲਾਈਟ ਕਦੋਂ ਲੈਂਡ ਹੋਣੀ ਹੈ ਕਦੋਂ ਨਹੀਂ, ਸਿਰਫ ਬੇਸਿਕ ਜਾਣਕਾਰੀ। ਤੇ ਕੋਵਿਡ ਦਾ ਜਿਹੜਾ ਕਿ 72 ਘੰਟੇ ਦਾ ਕੋਵਿਡ ਦਾ ਜਿਹੜਾ ਹੈਗਾ 72 ਆਵਰਸ ਦੇ ਵਿੱਚ ਵੀ ਤੁਸੀਂ ਜਿਹੜਾ ਟੈਸਟ ਕਰਾਇਆ ਹੋਇਆ ਹੈ ਉਹਦੀ ਡਿਟੇਲਸ ਅਪਲੋਡ ਦੇਖੋ ਹੈ ਤਾਂ ਬੇਸਿਕ ਆ। ਜਦੋਂ ਤੁਸੀਂ 에ਅਰਪੋਰਟ ਤੇ ਜਾਂਦੇ ਆ ਹਫੜਾ ਦਫੜੀ ਤਾਂ ਤੁਹਾਨੂੰ ਉੱਦਾਂ ਪਈ ਹੁੰਦੀ ਆ ਵੀ ਕਿਤੇ ਫਲਾਈਟ ਮੇਰੀ ਮਿਸ ਨਾ ਹੋ ਜਾਵੇ ਜਾਂ ਕੁਝ ਮੈਂ ਲੇਟ ਨਾ ਹੋ ਜਾਵਾਂ, ਕਿਉਂਕਿ ਮੇਰੇ ਨਾਲ ਬੀਤੀ ਆ, ਮੈਂ ਤਾਂ ਕਿਹਾ ਨਾ ਤੁਹਾਡੇ ਨਾਲ ਤਾਂ ਬੀਤੀ ਹੈ ਕਿਉਂਕਿ ਤੁਸੀਂ ਮੇਰਾ ਜਾਣ ਤੋਂ ਪਹਿਲਾਂ ਗੱਲ ਵੀ ਨਹੀਂ ਕੀਤੀ। ਹਾਂਜੀ ਤੁਸੀਂ, ਮੈਂ ਤੁਹਾਨੂੰ ਕਿਹਾ ਵੀ ਸੀਗਾ ਕਿ ਤੁਸੀਂ ਜਦੋਂ ਜਾਣਾ ਹੈਗਾ ਉਦੋਂ ਉਸ ਤੋਂ ਇੱਕ ਦੋ ਦਿਨ ਪਹਿਲਾਂ ਪਲੀਜ਼ ਮੈਨੂੰ ਇੱਕ ਵਾਰ ਫੋਨ ਕਰ ਲਓ, ਤੁਹਾਡਾ ਫਾਰਮ ਜੇ ਭਰਨਾ ਹੋਊਗਾ ਤਾਂ ਕੋਈ ਭਰਨਾ ਨਾ ਹੋਊਗਾ ਤਾਂ ਆਪਾਂ ਭਰ, ਜੇ ਇਦਾਂ ਸ਼ਾਇਦ ਇੱਕ ਦੋ ਦਿਨ ਪਹਿਲਾਂ ਗੱਲ ਹੋਈ ਹੁੰਦੀ ਤਾਂ ਮੈਂ ਵੀ ਸ਼ਾਇਦ ਤੁਹਾਨੂੰ ਜਿਹੜੀ ਥੋੜੀ ਬਹੁਤ ਉੱਥੇ ਬੋਦਰੇਸ਼ਨ ਹੋਈ। ਹਾਂਜੀ ਉਹ ਨਹੀਂ ਹੁੰਦੀ, ਕਿਉਂਕਿ ਉਦੋਂ ਵੀ 3 ਘੰਟੇ ਤਾਂ ਪਹਿਲਾਂ ਜਾਣਾ ਚਾਹੀਦਾ। ਇਨ ਕੇਸ ਜੇ ਤੁਹਾਡੇ ਫਾਰਮ ਨਹੀਂ ਭਰੇ ਹੋਏ ਜਾਂ ਕੁਝ ਰਹਿੰਦਾ ਹੋਵੇ ਤੁਸੀਂ 1 ਘੰਟੇ ਦੇ ਵਿੱਚ ਭਰ ਸਕਦੇ ਆ, ਕਿਉਂਕਿ ਜਦੋਂ ਤੁਸੀਂ 에ਅਰਪੋਰਟ ਤੇ ਜਾਂਦੇ ਆ ਹਰ ਇੱਕ ਬੰਦਾ ਕਹਿੰਦਾ ਵੀ ਮੇਰਾ ਛੇਤੀ ਹੋ ਜਾਵੇ, ਕਿਤੇ ਮਿਸ ਨਾ ਹੋ ਜਾਵੇ, ਉਹ ਇੱਕ ਬੇਚੈਨੀ ਹੁੰਦੀ ਆ ਆਪਣੇ। ਬਿਲਕੁਲ ਸਹੀ ਹੈ ਜੀ। ਅੱਜ ਕੱਲ ਕੋਵਿਡ ਕਰਕੇ ਭਾਜੀ ਵੈਸੇ ਵੀ ਵੱਡਾ ਉੱਥੇ ਦੇ 에ਅਰਪੋਰਟ ਦੇ ਉੱਪਰ ਟਾਈਮ ਸਪੈਂਡ ਹੋਣ ਵਾਲਾ ਥੋੜਾ ਵੱਧ ਚੁੱਕਿਆ ਬੋਰਡਿੰਗ ਵੇਲੇ ਵੀ ਹੁੰਦੇ ਆ, ਇੱਕ ਬੋਰਡਿੰਗ ਪਾਸ ਲੈਣ ਲੱਗੇ ਵੀ, ਆਪਣਾ ਲੱਗੇ ਜਮ੍ਹਾਂ ਕਰਾਉਣ ਲੱਗੇ ਵੀ, ਹਰ ਕਿਤੇ ਲਾਈਨਸ, ਕਿਉਂਕਿ ਡਿਸਟੈਂਸ ਫਾਸਲੇ ਨਾਲ ਲਾਈਨਸ ਹੈ, ਥੋੜਾ ਟਾਈਮ ਲੱਗਦਾ ਹਰ ਕਿਸੇ ਨੂੰ, ਤਾਂ ਥੋੜਾ ਜਿਹਾ ਓਵਰਆਲ ਪ੍ਰੋਸੈਸਿੰਗ ਟਾਈਮ ਥੋੜਾ ਵੱਧ ਚੁੱਕਿਆ ਹੈਗਾ ਉੱਥੇ 에ਅਰਪੋਰਟ ਦੇ ਉੱਪਰ। ਤਾਂ ਸਾਡੀ ਸਲਾਹ ਇਹੀ ਹੈਗੀ ਹੈ ਕਿ ਆਪਣਾ ਜਿੰਨਾ ਵੀ ਟਾਈਮ ਤੁਹਾਨੂੰ ਨਾਰਮਲ ਪਹਿਲਾਂ ਜਾਂਦੇ ਹੁੰਦੇ ਸੀਗੇ ਉਸ ਤੋਂ ਉਹ ਤੋਂ ਘੰਟਾ ਪਹਿਲਾਂ, ਹਾਂ, 1 ਘੰਟਾ ਤੁਸੀਂ ਐਡੀਸ਼ਨਲ ਲੈ ਕੇ ਚੱਲੋ। ਤੇ ਦੂਸਰਾ ਫਿਰ ਮੈਂ ਇੱਥੇ ਬਾਇਆ ਦੁਬਈ ਗਿਆ ਜੀ, ਤੇ ਮੈਨੂੰ ਫਿਕਰ ਸੀਗਾ ਕਿਤੇ ਦੁਬਈ ਜਾ ਕੇ ਫਿਰ ਨਾ ਕੋਵਿਡ ਟੈਸਟ ਹੋਵੇ, ਕਿਉਂਕਿ ਹਰ ਇੱਕ ਕੰਟਰੀ ਦੇ ਆਪਣੇ ਆਪਣੇ ਰੂਲ ਆ। ਤੇ ਪਰ ਉੱਥੇ ਮੇਰੀ 3 ਘੰਟੇ ਸਟੇ ਹੋਈ ਉੱਥੇ। ਉਸ ਤੋਂ ਬਾਅਦ ਉਹਨਾਂ ਨੇ ਚੜਾਤਾ ਇੰਡੀਆ ਨੂੰ, ਕੋਈ ਕੋਵਿਡ ਟੈਸਟ ਨਹੀਂ ਹੋਇਆ, ਕੋਈ ਕੁਝ ਨਹੀਂ। ਉੱਥੇ 에ਅਰਪੋਰਟ ਤੇ ਉਤਰ ਕੇ ਕੋਈ ਦਿੱਕਤ ਆਈ ਹੋਵੇ? ਨਹੀਂ, ਕੋਈ ਦਿੱਕਤ ਨਹੀਂ ਆਈ, ਬਿਲਕੁਲ ਨਹੀਂ। ਜਦੋਂ ਨਾਰਮਲ ਪਹਿਲਾਂ ਜਾਂਦੇ ਸੀ ਉਦਾਂ ਹੀ ਜਾਂਦੇ ਸੀ, ਉਦਾਂ ਹੀ ਚੈਕਿੰਗ ਵਗੈਰਾ ਹੋਈ ਹੈ ਬਸ। ਟੈਸਟ ਰਿਪੋਰਟ ਵਗੈਰਾ ਚੈੱਕ ਕੀਤੀਆਂ? ਨਹੀਂ, ਉੱਥੇ ਕੁਝ ਨਹੀਂ ਚੈੱਕ ਕਰਦੇ, ਕਿਉਂਕਿ ਉਹ ਪਹਿਲੇ ਪਹੁੰਚੀ ਹੁੰਦੀ ਹੈ। ਤੇ ਜਦੋਂ ਅਸੀਂ ਇੰਡੀਆ 에ਅਰਪੋਰਟ ਤੇ ਉਤਰੇ ਆ ਉਸ ਵੇਲੇ ਥੋੜਾ ਜਿਹਾ ਹੈਰਾਨੀਜਨਕ ਥੋੜਾ ਜਿਹਾ ਹੋਇਆ ਸਾਨੂੰ ਇੱਕ ਗੱਲ ਦਾ, ਤੇ ਚਾਹੇ ਉਹ ਕਹਿ ਲਓ ਵੀ ਇੰਡੀਅਨ ਗਵਰਨਮੈਂਟ ਠੱਗਦੀ ਆ ਜਾਂ ਬਹਾਨੇ ਆ ਕੁਝ ਵੀ ਕੋਵਿਡ ਦੇ, ਉਹ ਥੋੜਾ ਜਿਹਾ ਸਾਨੂੰ ਔੜ ਜਿਹਾ ਲੱਗਾ। ਕਿਉਂਕਿ ਔੜ ਇਸ ਕਰਕੇ ਲੱਗਾ ਕਿਉਂਕਿ ਜਿਹੜਾ ਕਿ 72 ਘੰਟੇ ਦਾ ਆਪਾਂ ਇੱਥੋਂ ਕੋਵਿਡ ਟੈਸਟ ਕਰਾ ਕੇ ਜਾਂਦੇ ਆ, ਉਹ 72 ਘੰਟੇ ਦਾ ਵੈਲਿਡ ਆ। ਅੱਛਾ, 72 ਘੰਟੇ ਤੱਕ ਵੈਲਿਡ ਹੈ? ਮਤਲਬ ਜਦੋਂ ਤੁਸੀਂ ਉੱਥੇ ਉਤਰਦੇ ਹੋ ਉਦੋਂ ਵੀ ਵੈਲਿਡ ਹੋਣਾ ਚਾਹੀਦਾ? ਵੈਲਿਡ ਆ, ਹਾਂ, ਉਸ ਟਾਈਮ ਵੀ ਵੈਲਿਡ ਸੀਗਾ 72 ਘੰਟੇ ਦਾ। ਕਿਉਂਕਿ ਜਦੋਂ ਆਪਾਂ ਕਰਾਉਂਦੇ ਇੱਥੋਂ ਮੇਰਾ ਖਿਆਲ 24 ਘੰਟੇ ਤੋਂ ਚੱਲ ਜਾਂਦੇ ਆਪਾਂ, 24 ਘੰਟੇ ਦੇ ਵਿੱਚ ਵੀ ਚੱਲ ਜਾਂਦੇ, ਠੀਕ ਨਹੀਂ, ਉਹ ਵੈਲਿਡ ਸੀਗਾ। ਤੇ ਜਦੋਂ ਅਸੀਂ ਉਤਰੇ ਤੇ ਮੋਰੇ ਕਾਊਂਟਰ ਹਰ ਇੱਕ 에ਅਰਲਾਈਨ ਦੇ ਬਾਅਦ ਥੋੜਾ ਜਿਹਾ ਪਾ ਕੇ ਵਾਕ ਕਰਕੇ ਤੇ ਇੱਕ ਕਾਊਂਟਰ ਲੱਗਾ ਹੋਇਆ ਹੈ, ਹਰ ਇੱਕ ਚਾਹੇ ਕੋਈ ਹੋਵੇ ਉੱਥੇ ਜਾਣਾ ਪੈਂਦਾ। ਉੱਥੇ ਕੀ ਸੀ ਰਿਕੁਆਇਰਮੈਂਟ ਵੀ ਤੁਸੀਂ 500 ਰੁਪਇਆ ਦਿਓ ਤੇ ਕੋਵਿਡ ਟੈਸਟ ਕਰਾਓ ਤੇ ਆਪਣੀ ਲਾਈਨ 'ਚ ਲੱਗ ਜਾਓ ਇਮੀਗ੍ਰੇਸ਼ਨ ਦੇ ਵਿੱਚ। ਪਰ ਤੁਸੀਂ ਐਗਜ਼ੈਂਪਸ਼ਨ ਲਈ ਸੀ ਪਹਿਲਾਂ? ਬਿਲਕੁਲ। ਤਾਂ ਫਿਰ ਤੁਹਾਨੂੰ ਕਿਉਂ ਉਹਨਾਂ ਨੇ ਲਵਾਇਆ? ਬਈ ਇਹੀ ਤਾਂ ਕੁਐਸਚਨ ਆ ਨਾ। ਤੁਸੀਂ ਉਹਨਾਂ ਨੂੰ ਦਿਖਾਇਆ ਨਹੀਂ? ਬਿਲਕੁਲ ਦਿਖਾਏ ਆ। ਮੈਂ ਕਿਹਾ ਜੀ ਆ 72 ਘੰਟੇ ਦਾ ਕੀ, ਇਹ 72 ਘੰਟੇ ਦਾ ਕੀ ਮਤਲਬ ਆ ਜਿਹੜਾ ਕੋਵਿਡ ਟੈਸਟ ਅਸੀਂ ਕਰਾ ਕੇ ਆਏ ਆ ਕੈਨੇਡੀਅਨ ਗਵਰਨਮੈਂਟ ਕੋਲੋਂ, ਇਹਦੀ ਵੈਲਿਊ ਕੀ ਆ? ਉਹ ਕਹਿੰਦੇ ਇਹਦੀ ਵੈਲਿਊ ਸਾਡੇ ਲਈ ਨਥਿੰਗ ਆ, ਤੁਸੀਂ ਇੱਥੇ ਕੋਵਿਡ ਟੈਸਟ ਕਰਾਓ ਤੇ ਤਾਂ ਤੁਹਾਨੂੰ ਬਾਹਰ ਨਿਕਲ ਜਾਣਾ, ਜੇ ਨਹੀਂ ਕਰਾਓ ਤਾਂ ਲਾਈਨ 'ਚ ਲੱਗ ਜਾਓ, ਬੈਠੇ ਰਹੋ। ਯਾਨੀ ਕਿ ਉਹ 500 ਰੁਪਇਆ ਉਹ ਲੈਂਦੇ ਉੱਥੇ। ਤੁਸੀਂ ਟੈਸਟ ਕਰਵਾਇਆ ਉੱਥੇ? ਹਾਂਜੀ, ਫਿਰ ਮੈਂ 500 ਰੁਪਇਆ ਦਿੱਤਾ ਉੱਥੇ। ਐਵੇਂ ਕਹਿ ਦਵਾਂ, ਪਹਿਲਾ ਹੀ ਬੰਦਾ ਮੈਂ ਸੀ ਜਦੋਂ ਨਿਕਲਿਆ ਤੇ 500 ਰੁਪਇਆ ਦਿੱਤਾ। ਮੈਂ ਥੋੜੀ ਜਿਹੀ ਬਹੁਤੀ ਆਰਗੂਮੈਂਟ ਕੀਤੀ ਆ, ਮੈਂ ਕਿਹਾ ਇਹਨਾਂ ਦਾ ਫਾਇਦਾ ਨਹੀਂ ਵੀ ਆਰਗੂਮੈਂਟ ਕਰਦਾ ਵੀ, ਕਿਉਂਕਿ ਇਹਨਾਂ ਨੇ ਮੰਨਣਾ ਤਾਂ ਹੈ ਨਹੀਂ ਗਾ। ਫਿਰ ਉਹ 500 ਰੁਪਇਆ ਦਿੱਤਾ ਜੀ ਤੇ ਉਹ ਕਹਿੰਦੇ ਜੀ ਉੱਥੇ ਜਾ ਕੇ ਪਹਿਲਾਂ ਪੈਸੇ ਜਮ੍ਹਾਂ ਕਰਾਏ, ਫਿਰ ਕਹਿੰਦੇ ਨਾਲ ਦੇ ਕਾਊਂਟਰ ਤੇ ਜਾਓ। ਉੱਥੇ ਕੀ ਕੀਤਾ, ਇੱਕ ਸਲਾਈ ਇੱਧਰ ਮਾਰੀ ਤੇ ਇੱਧਰ ਮਾਰੀ, ਚੱਲ ਕਹਿੰਦੇ ਜਾਓ ਜੀ। ਮੈਂ ਕੋਈ ਈਮੇਲ ਹਨਾ ਵੀ ਰਿਜ਼ਲਟ ਆਣਾ ਜਾਂ ਕੁਝ ਵੀ ਆ, ਕਹਿੰਦੇ ਕੋਈ ਨਹੀਂ ਤੁਹਾਨੂੰ ਨਿਕਲਦੇ ਰਿਜ਼ਲਟ ਆ ਜਾਊਗਾ, ਅਜੇ ਤੱਕ ਨਹੀਂ ਆਇਆ ਜੀ। ਯਾਨੀ ਕਿ ਇੱਕ ਇੰਡੀਅਨ ਗਵਰਨਮੈਂਟ ਕਹਿ ਲਓ ਬਹਾਨਾ ਪਾਉਂਦੀ ਆ ਕੋਵਿਡ ਕਰਕੇ, ਪੈਸੇ ਇਕੱਠੇ ਕਰਦੀ ਆ ਜਾਂ ਕੁਝ ਵੀ ਆ, ਪਰ ਹੁਣ ਮੈਨੂੰ ਸੁਣਨ ਨੂੰ ਮਿਲਿਆ ਵੀ ਉਹ ਉਠਾਤੇ ਆ। ਹਾਂਜੀ, ਇਹ ਥੋੜਾ ਜਿਹਾ ਮੈਨੂੰ ਥੋੜਾ ਜਿਹਾ ਬੈਡ ਲੱਗਾ। ਮੈਂ ਵੀ ਸ਼ਾਇਦ ਕਈਆਂ ਨੇ ਕੰਪਲੇਂਟ ਕੀਤੀ ਹੋਊਗੀ, ਜਿਹਨਾਂ ਨੂੰ ਵੀ ਰਿਅਲਾਈਜ਼ ਹੋਇਆ ਹੋਣਾ ਕਿ ਮੈਂ ਵੀ ਸ਼ਾਇਦ ਤੁਹਾਡਾ ਪਰਪਸ ਹੱਲ ਨਹੀਂ ਹੋ ਰਿਹਾ ਜਾਂ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ, ਇੰਪ੍ਰੈਸ਼ਨ ਜਾਂ ਇਮੇਜ ਵੀ ਠੀਕ ਨਹੀਂ ਜਾ ਰਹੀ, ਉਸ ਕਰਕੇ ਹੋ ਸਕਦਾ। ਮੈਨੂੰ ਸੀਗਾ ਵੀ ਉੱਥੇ ਜਾ ਕੇ ਥੋੜੀ ਜਿਹੀ ਡਿਫਿਕਲਟੀਆਂ ਜ਼ਰੂਰ ਆਣਗੀਆਂ ਤੇ ਉਹ ਇੱਕ ਡਿਫਿਕਲਟੀ ਇਹ ਸੀਗੀ। ਉਸ ਤੋਂ ਬਾਅਦ ਹਾਂ ਅਦਰਵਾਈਜ਼ ਕੋਈ ਡਿਫਿਕਲਟੀ ਨਹੀਂ ਆਈ, ਸਮੂਥਲੀ ਬਾਹਰ ਚਲ ਗਏ। ਕੋਈ ਉਹਨਾਂ ਨੇ ਕਿਹਾ ਨਹੀਂ ਵੀ ਕੀ ਹੈਗਾ ਕੀ ਨਹੀਂ, ਉਹਨਾਂ ਨੇ ਇਹ ਪੁੱਛਿਆ ਵੀ ਵੈਕਸੀਨ ਲੱਗੀ ਹੋਈ ਹੈ
ਮੈਂ ਕਿਹਾ ਯੈਸ। ਉਹਨਾਂ ਨੇ ਕੋਈ ਇਹ ਨਹੀਂ ਪੁੱਛਿਆ ਵੀ ਕਦੋਂ ਲੱਗੀ ਆ, ਕਿਹੜੇ ਕਿਹੜੇ ਡਾਕੂਮੈਂਟਸ ਆ, ਕੋਈ ਉੱਥੇ ਦੀ ਇਮੀਗ੍ਰੇਸ਼ਨ ਨੇ ਕੁਝ ਨਹੀਂ ਪੁੱਛਿਆ, ਸਿਰਫ ਪਾਸਪੋਰਟ ਲਿਆ। ਤੇ ਇੱਕ ਵਾਰੀ ਪੁੱਛਦੇ ਜ਼ਰੂਰ ਆ ਵੀ ਹਾਂ ਵੀ ਤੁਸੀਂ ਵੈਕਸੀਨ ਹੋਈ ਲੱਗੀ ਹੋਈ ਹੈ, ਦੱਸ, ਹੋਰ ਕੁਝ ਨਹੀਂ। ਤੇ ਇਹ ਨਹੀਂ ਪਤਾ ਵੀ ਪਹਿਲਾਂ ਆਪਾਂ ਜਦੋਂ ਫਾਰਮ ਭਰੇ ਹੋਏ ਆ ਉਹਨਾਂ ਕੋਲ ਪਹੁੰਚੇ ਹੋਏ ਹੁੰਦੇ ਆ ਕਿ ਨਹੀਂ ਪਹੁੰਚੇ ਹੁੰਦੇ ਹੈ ਨਾ, ਇਹ ਚੀਜ਼ ਆ। ਤੇ ਉਸ ਤੋਂ ਬਾਅਦ ਟੈਚੀ ਚੁੱਕੇ ਤੇ ਆਪਾਂ ਆਪਣੇ ਘਰਾਂ ਨੂੰ ਚਲੇ ਗਏ। ਓਕੇ। ਤੇ ਇਸੇ ਤਰ੍ਹਾਂ ਵਾਪਸੀ ਵੇਲੇ ਵੀ ਜਦੋਂ ਤੁਸੀਂ ਆਏ ਹੋ ਤਾਂ ਵਾਪਸੀ ਵੇਲੇ ਤੁਹਾਨੂੰ ਕੈਨੇਡੀਅਨ 에ਅਰਪੋਰਟਸ ਦੀ ਵਾਪਸੀ ਵੇਲੇ ਤਾਂ ਕੁੜੀਏ 5 ਮਿੰਟ 'ਚ ਤਾਂ ਸਾਡਾ ਕੰਮ ਨਹੀਂ ਖਤਮ ਹੋਣਾ, ਤੇ ਥੋੜਾ ਜਿਹਾ ਟਾਈਮ ਜ਼ਰੂਰ ਲੱਗੂਗਾ। ਤੇ ਵਾਪਸੀ ਵੇਲੇ ਜਦੋਂ ਮੇਰੀ ਟਿਕਟ ਮੈਂ ਪਹੁੰਚਿਆ ਘਰ, ਤੇ ਉਸ ਤੋਂ ਬਾਅਦ ਮੈਸੇਜ ਆ ਗਿਆ ਵੀ ਤੁਹਾਡੀ ਕੈਂਸਲ ਟਿਕਟ। ਜਿਹੜੀ ਤੁਸੀਂ ਰਿਟਰਨ ਲੈ ਕੇ ਗਏ ਸੀਗੇ ਦੁਬਈ, ਤੁਸੀਂ ਗਏ ਤਾਂ ਇਤਿਹਾਦ ਲੈ ਕੇ ਗਏ? ਹਾਂਜੀ, ਹਥਿਆਤ ਲੈ ਕੇ ਗਏ ਸੀਗੇ। ਤੇ ਜਦੋਂ ਮੈਂ ਘਰ ਪਹੁੰਚਿਆ ਤੇ ਦੂਏ ਇੱਕ ਦਿਨ ਮੈਨੂੰ ਆਪਣੇ ਜਿਹੜੇ ਟਿਕਟ ਬੁੱਕ ਕਰਦੇ ਆ ਉਹਨਾਂ ਦਾ ਫੋਨ ਆ ਗਿਆ ਵੀ ਤੁਸੀਂ ਭਾਜੀ ਤੁਸੀਂ ਟਿਕਟ ਕੈਂਸਲ ਕਰਾਈ ਹੈ। ਮੈਂ ਕਿਹਾ ਨਹੀਂ। ਕਹਿੰਦੇ ਜਦੋਂ ਤੁਸੀਂ ਉੱਥੇ ਨਿਕਲੇ 18 ਤਰੀਕ ਨੂੰ ਤੇ 19 ਤਰੀਕ ਨੂੰ ਤੁਹਾਡੀ ਕੈਂਸਲ ਹੋ ਗਈ। ਮੈਂ ਕਿਹਾ ਮੈਂ ਤਾਂ ਕੀਤੀ ਨਹੀਂ, ਹੈ ਨਾ, ਮੈਨੂੰ ਕੀ ਲੋੜ ਆ, ਮੈਂ ਤਾਂ ਜਾਣਾ ਵਾਪਸ। ਉਹ ਕਹਿੰਦੇ ਚਲੋ ਕੋਈ ਨਹੀਂ, ਪਤਾ ਕਰਦੇ ਆ। ਉਹਨਾਂ ਨੇ ਪਤਾ ਕੀਤਾ। ਤੇ ਕਿਸ ਤਰ੍ਹਾਂ ਹੋਈ ਦਾ, ਕੀ ਰੀਜ਼ਨ ਰਿਹਾ? ਉਹ ਦੁਬਈ ਵਾਲਿਆਂ ਨੇ ਕੈਂਸਲ ਕੀਤੀ ਸੀ, 에ਅਰਲਾਈਨ ਨੇ। ਵਾਈ ਵੀ ਉਹ ਇੱਥੇ ਦੇ ਜਿਹੜੇ ਕੈਨੇਡਾ ਦੇ ਲਾ ਸੀਗੇ ਵੀ ਹਲੇ ਤੁਸੀਂ ਐਂਟਰੀ ਨਹੀਂ ਕਰ ਸਕਦੇ ਜਿਹੜਾ ਇੰਡੀਆ ਤੋਂ ਆਉਂਦਾ ਹਲੇ। ਉਹ ਬਾਅਦ ਚ ਮੇਰੇ ਖਿਆਲ ਸਤੰਬਰ 27 ਨੂੰ ਕੀਤੇ ਉਹਨਾਂ ਨੇ ਨਾ, ਉਸ ਕਰਕੇ ਕੈਂਸਲ ਕੀਤੀ ਹੋਈ ਸੀ ਵੀ ਇੰਡੀਆ ਤੋਂ ਨਹੀਂ, ਦੁਬਈ ਤੋਂ ਆ ਸਕਦਾ ਬੰਦਾ। ਤੇ ਫਿਰ ਉਹਨਾਂ ਨੇ ਦੁਬਾਰਾ ਕਰਾਈ। ਹਾਂਜੀ, ਦੁਬਾਰਾ ਕਰਾਈ। ਦੁਬਾਰਾ ਉਹਨਾਂ ਨੇ ਮਹੀਨੇ ਬਾਅਦ ਡੇਟ ਦਿੱਤੀ ਜੀ। ਵੀ ਮੇਰੇ 2 ਮਹੀਨੇ ਲੱਗ ਗਏ। ਹੋਰ ਮੌਕਾ ਮਿਲ ਗਿਆ ਇੰਡੀਆ ਦੇ। ਤੇ ਜਦੋਂ ਮੈਂ 72 ਘੰਟੇ ਤੋਂ ਪਹਿਲਾਂ ਫਿਰ ਇੱਕ ਈਮੇਲ ਆਈ, ਉਹਨਾਂ ਨੇ 10 ਦਿਨ ਅੱਗੇ ਕਰ ਦਿੱਤੇ। ਤੇ ਫਿਰ ਮੇਰੀ 28 ਨੂੰ ਫਾਈਨਲੀ ਹੋ ਗਈ। ਤੇ ਫਿਰ ਮੈਂ ਉੱਥੇ ਕੋਵਿਡ ਟੈਸਟ ਕਰਾਇਆ ਜੀ। ਮੈਂ ਉੱਥੇ ਵੀ ਸ਼ਿਸ਼ੋਪੰਥ ਸੀ ਜਦੋਂ ਕੋਵਿਡ ਟੈਸਟ ਕਰਾਇਆ ਸੀਗਾ। ਤੇ ਕੋਈ ਕਹਿੰਦਾ ਸੀਗਾ ਵੀ ਪ੍ਰਾਈਵੇਟ ਕਰ ਲਓ ਕੋਵਿਡ ਟੈਸਟ, ਜਿਹੜਾ 72 ਘੰਟੇ ਦਾ PRTC ਹੁੰਦਾ ਜਿਹੜਾ ਕਿ, ਹਾਂਜੀ। ਤੇ ਕੋਈ ਕਹਿੰਦਾ ਸੀ ਸਰਕਾਰੀ ਕਰਾ ਲਓ, ਸਰਕਾਰੀ ਫ੍ਰੀ ਹੁੰਦਾ ਸੀਗਾ। ਮੈਂ ਕਿਹਾ ਵੀ ਰਿਸਕ ਲੈਣਾ, ਸਰਕਾਰ ਦਾ ਪਤਾ ਨਹੀਂ, ਸਰਕਾਰੀਆਂ ਦੇ ਕਿਉਂਕਿ ਇੰਡੀਅਨ ਗਵਰਨਮੈਂਟ ਰਿਜ਼ਲਟ ਦੇ ਲੇਟ ਆਉਂਦੇ ਆ ਨਾ। ਫਿਰ ਮੈਂ ਪ੍ਰਾਈਵੇਟ ਕੁਝ ਪੈਸੇ ਦੇ ਕੇ, ਤੇ ਰਿਕੁਆਇਰਮੈਂਟ 1300 ਰੁਪਇਆ ਲੈਂਦਾ ਹੈ, ਤਾਂ ਉਹ ਟੈਸਟ ਕਰਾ ਕੇ ਉਹਨਾਂ ਨੇ ਮੈਨੂੰ ਦੇ ਦਿੱਤਾ ਜੀ। ਹਾਂਜੀ। ਉਹਨੇ ਦਿਨ ਜਦੋਂ ਮੈਂ ਟੈਸਟ ਕਰਾ ਕੇ ਆਇਆ, ਉਹ ਸ਼ਾਮ ਨੂੰ ਤੁਹਾਨੂੰ ਫੋਨ ਕੀਤਾ ਮੈਂ ਵੀ ਬੈਠੇ ਨੂੰ ਵੀ ਮੇਰੀ ਕੱਲ ਦੀ ਫਲਾਈਟ ਆ। ਮੈਂ ਤਾਂ ਦੱਸਣ ਲਈ ਸੀ ਮੈਂ ਕੱਲ ਦੀ ਫਲਾਈਟ ਆ ਭਾਜੀ, ਮੈਂ ਆ ਜਾਣਾ। ਤੁਸੀਂ ਦੱਸਿਆ ਵੀ ਉਹ ਤੁਹਾਡੇ ਦਾ ਟਾਈਮ ਘੱਟ ਰਹਿ ਗਿਆ, ਕਿਉਂਕਿ ਤੁਹਾਨੂੰ ਦੱਸਣ ਦੇ ਮੁਤਾਬਕ ਜੋ ਵੀ ਪੁੱਛਿਆ। ਪਰ ਮੈਂ ਉੱਥੇ ਦੱਸਣਾ ਚਾਹੁੰਦਾ ਸੀਗਾ ਵੀ ਮੈਂ ਭਾਜੀ ਦੇ ਮੁਤਾਬਕ ਜੋ ਭਾਜੀ ਨੇ ਦੱਸਿਆ ਸੀਗਾ, ਥੋੜ੍ਹੀ ਜਿਹੀ ਮਿਸਅੰਡਰਸਟੈਂਡਿੰਗ ਹੋ ਗਈ ਸੀ ਸਾਡੀ, ਕਿਉਂਕਿ ਹਰ ਇੱਕ ਕੰਟਰੀ ਦੇ ਜਿਹੜੇ ਕਿ ਲਾਅ ਆ, ਜਿਹੜੇ ਕਿ ਇਮੀਗ੍ਰੇਸ਼ਨ ਦੇ, ਉਹ ਡਿਫਰੈਂਟ ਆ। ਇਹ ਵੀ ਫਰਕ ਹੈ ਕਿ ਤੁਸੀਂ ਡਾਇਰੈਕਟ ਆ ਰਹੇ ਹੋ ਜਾਂ ਤੁਸੀਂ ਵਾਇਆ ਆ ਰਹੇ ਹੋ। ਤਾਂ ਵਾਇਆ ਦੇ ਹੋਣ ਕਰਕੇ ਵੀ ਤੁਹਾਡੇ ਉੱਪਰ ਉਸ ਕੰਟਰੀ ਦੇ ਵੀ ਲਾਅ ਇੰਪਲੀਮੈਂਟ। ਹਾਂਜੀ, ਬਿਲਕੁਲ। ਜਿੱਦਾਂ ਤੁਸੀਂ ਦੱਸਿਆ ਸੀਗਾ ਮੈਨੂੰ ਡਾਇਰੈਕਟ ਵਾਲਿਆਂ ਨੂੰ ਦੱਸਿਆ ਸੀਗਾ। ਹਾਂ, ਬਿਲਕੁਲ ਭਾਜੀ ਦਾ ਦਰੁਸਤ ਆ। ਜਿੱਦਾਂ ਡਾਇਰੈਕਟ ਫਲਾਈਟ ਚਾਹੇ 에ਅਰ ਕੈਨੇਡਾ ਜਾਂ 에ਅਰ ਇੰਡੀਆ ਨਾ, ਉਹ ਤੁਸੀਂ 10 ਤੋਂ 12 ਘੰਟੇ ਪਹਿਲਾਂ ਜਾਣਾ ਪੈਣਾ। 10 ਤੋਂ 12 ਘੰਟੇ। ਔਰ ਉਹਦੀ ਜਿਹੜੀ ਰਿਕੁਆਇਰਮੈਂਟ ਹੈਗੀ, ਉਹ ਇੱਕੋ ਹੀ ਲੈਬ ਉਹਨਾਂ ਨੇ ਅਪਰੂਵ ਕੀਤੀ ਹੈ, ਗਵਰਨਮੈਂਟ ਆਫ ਕੈਨੇਡਾ ਨੇ। ਉੱਥੇ ਹੀ ਹੈ, ਉੱਥੇ ਟਰਮੀਨਲ ਦੇ ਉੱਪਰ ਹੀ ਹੈਗੀ ਹੈ। ਟਰਮੀਨਲ ਨੰਬਰ 2 ਤੇ ਪਾਰਕਿੰਗ ਦੇ ਉੱਤੇ ਹੀ ਬਣੀ ਹੋਈ ਹੈ। ਬਿਲਕੁਲ ਲੈਬ ਬਣੀ ਹੋਈ। ਜੈਨਸਿੰਗ ਨਾਮ। ਹਾਂ, ਉਹਦੇ ਵਿੱਚ ਵੀ 2 ਰੇਟ ਆ। ਜੇ ਤੁਸੀਂ 12 ਤੋਂ 18 ਘੰਟੇ ਜਾਂਦੇ ਭਾਜੀ, ਨੋਟ ਆ, 12 ਤੋਂ 18 ਘੰਟੇ ਜਾਂਦੇ ਆ ਫਿਰ 500 ਰੁਪਏ ਦੀ ਟੈਸਟ ਆ ਤੁਹਾਡਾ। ਜੇ ਤੁਸੀਂ 10 ਤੋਂ ਮੇਰਾ ਕਿ 18 ਘੰਟੇ ਦੇ ਵਿੱਚ ਜਾਂਦੇ ਆ, 12 ਘੰਟਿਆਂ ਦੇ ਵਿੱਚ ਜਾਂਦੇ ਆ, ਉਹ ਤੁਹਾਡਾ 3900 ਰੁਪਇਆ ਲੱਗਣਾ ਹੈ। ਕਿਹੜਾ ਬੰਦਾ 18 ਘੰਟੇ ਜਾਵੇ ਪਹਿਲਾਂ, ਹਨਾ? ਰਿਪੋਰਟ ਤਾਂ ਘੰਟੇ 'ਚ ਆ ਜਾਂਦੀ ਮੇਰਾ ਖਿਆਲ। ਰਿਪੋਰਟ 1 ਘੰਟੇ 'ਚ ਆ ਜਾਂਦੀ ਹੈ। ਪਰ ਉਹ ਜਦੋਂ ਤੁਸੀਂ ਤੁਹਾਡੇ ਕਹਿਣ ਦੇ ਮੁਤਾਬਕ ਮੈਂ ਉਹ ਪਾਰਕਿੰਗ ਦੇ ਵਿੱਚ ਗਿਆ, ਮੈਂ ਕਿਹਾ ਮੈਂ ਕੈਨੇਡਾ ਨੂੰ ਜਾਣਾ ਵੀ ਇੱਦਾਂ ਕਿ ਵੀ ਕਹਿੰਦੇ ਵਾਇਆ, ਮੈਂ ਕਿਹਾ ਵਾਇਆ ਦੁਬਈ, ਕਦੇ ਦੁਬਈ ਲਈ ਕੋਈ ਰਿਕੁਆਇਰਮੈਂਟ ਨਹੀਂ, ਹੈ ਨਾ। ਵੀ ਮੈਂ ਦੱਸਣਾ ਚਾਹੁੰਦਾ ਸਿਰਫ ਦੁਬਈ ਲਈ ਤੁਸੀਂ ਕਿਤੇ ਵੀ ਕੋਵਿਡ ਟੈਸਟ ਕਰਾ ਕੇ ਤੁਸੀਂ ਦੁਬਈ ਨੂੰ ਜਾ ਸਕਦੇ ਹੋ, ਹੈ ਨਾ। ਕਿਉਂਕਿ ਮੇਰੇ ਕੋਲ ਤਾਂ ਹੈਗੀ ਸੀ ਵੀ ਮੈਂ ਦਿਖਾਇਆ ਉਹਨਾਂ ਨੂੰ ਵੀ ਆਹ ਰਿਪੋਰਟ, ਕਹਿੰਦੇ ਠੀਕ ਆ। ਮੈਨੂੰ ਨਹੀਂ ਤਸੱਲੀ ਹੋਈ ਕਿਉਂਕਿ ਤੁਹਾਡੇ ਮੁਤਾਬਕ ਮੈਨੂੰ ਤਸੱਲੀ ਨਹੀਂ ਹੁੰਦੀ ਸੀ। ਮੈਂ ਕਿਹਾ ਮੈਚ ਨਹੀਂ ਕਰਦੀ। ਫਿਰ ਮੈਂ ਦੁਬਾਰਾ ਹੋਰ ਕਾਊਂਟਰ ਤੇ ਗਿਆ ਮੂਹਰੇ, ਮੇਰੇ ਕੋਲ 10-12 ਘੰਟੇ ਹੈਗੇ ਸੀਗੇ ਕਿਉਂ 10-12 ਘੰਟੇ ਮੈਂ ਪਹਿਲਾਂ ਚਲ ਗਿਆ ਸੀਗਾ। ਫਿਰ ਉੱਥੇ ਇੱਕ ਪੁੱਛਿਆ ਵੀ ਦਵਾਈ ਲਈ, ਤੇ ਦੇਖੋ ਉਹਨਾਂ ਨੇ ਫਿਰ ਮੈਨੂੰ ਇੱਕ ਚੰਗਾ ਨੌਜਵਾਨ ਜਿਹੜਾ ਕਿ ਸੂਝਵਾਨ ਨੇ ਮੈਨੂੰ ਬਹੁਤ ਢੰਗ ਨਾਲ ਦੱਸਿਆ। ਉਹ ਕਹਿੰਦੇ ਜੀ ਭਾਜੀ ਜੇ ਸਿੱਧਾ ਤੁਸੀਂ ਕੈਨੇਡਾ ਨੂੰ ਜਾਣਾ, ਤੁਹਾਡੀ ਇਹ ਲਾਈਨ ਆ, ਜੇ 에ਅਰ ਕੈਨੇਡਾ ਜਾਏਗਾ ਫਿਰ ਤੁਹਾਡੇ ਲਈ PRTC
ਤੇ ਹੈਗਾ ਆ। ਤੇ ਪਰ ਅੰਦਰ ਜਾ ਕੇ ਦੁਬਈ ਵਾਲੇ ਤੁਹਾਨੂੰ ਇਹ ਲੈਣ ਵਾਲੇ ਕੀ ਕਹਿੰਦੇ ਆ ਉਹ ਨਹੀਂ ਮੈਨੂੰ ਪਤਾ, ਪਰ ਦੁਬਈ ਵਾਸਤੇ ਕੋਈ ਨਹੀਂ ਹੈਗਾ। ਦੁਬਈ ਵਾਸਤੇ ਕੋਈ ਨਹੀਂ ਹੈ, ਪਰ ਜਦੋਂ ਤੁਸੀਂ ਦੁਬਈ ਤੋਂ ਫਿਰ ਕੈਨੇਡਾ ਨੂੰ ਆਉਣਾ, ਹਾਂਜੀ ਫਿਰ ਕੀ ਤੁਹਾਡੀ ਹਾਂਜੀ ਫਿਰ ਜਦੋਂ ਮੈਂ ਕਾਊਂਟਰ ਤੇ ਗਿਆ, ਕਾਊਂਟਰ ਤੇ ਜਾ ਕੇ ਜਮ੍ਹਾਂ ਕਰਾਇਆ ਤੇ ਸਮਾਨ, ਤੇ ਉਹਨਾਂ ਨੇ ਉੱਥੇ ਹੀ ਮੈਨੂੰ ਦੱਸ ਦਿੱਤਾ ਸੀਗਾ ਵੀ ਤੁਹਾਡਾ ਜਿਹੜਾ ਕੋਵਿਡ ਟੈਸਟ ਇੱਕ PRTC ਜਿਹੜਾ ਕਿ 3900 ਰੁਪਇਆ ਲੱਗਣਾ ਆ, $50 ਜਿਹੜੇ US ਆ ਨਾ ਉਹ ਤੁਹਾਡੇ ਉੱਥੇ ਲੱਗਣੇ ਆ ਦੁਬਈ 'ਚ। ਹਾਂਜੀ ਫਿਰ ਉੱਥੇ ਲਏ, ਉੱਥੇ ਵੀ ਟੈਸਟ ਹੋਇਆ? ਹਾਂ ਫਿਰ ਉੱਥੇ ਜਾ ਕੇ ਟੈਸਟ ਹੋਇਆ ਮੇਰਾ। ਉਹਦੀ ਰਿਪੋਰਟ ਤੁਹਾਨੂੰ ਕਦੋਂ ਮਿਲੀ ਨਾਲ? ਉਹ ਜਦ ਤੱਕ ਤੁਹਾਨੂੰ ਰਿਪੋਰਟ ਨਹੀਂ ਆਉਂਦੀ ਜਦ ਤੱਕ ਉਹ ਚੜਾਉਂਦੇ ਨਹੀਂਗੇ ਜੀ ਦੁਬਈ 'ਚ। ਤੇ ਤੁਹਾਡੇ ਕੋਲ ਟਾਈਮ ਸੀਗਾ? ਮੇਰੇ ਕੋਲ 4 ਘੰਟੇ ਦਾ ਸੀਗਾ, ਉਹਨਾਂ ਨੇ 1.5 ਘੰਟੇ 'ਚ ਰਿਪੋਰਟ ਮੈਨੂੰ ਸੈਂਡ ਕਰ ਦਿੱਤੀ WhatsApp ਤੇ। ਅੱਛਾ ਹੈ ਨਾ, ਤੇ ਉਹ ਜਦੋਂ ਉਹ ਆਈ ਆ ਤੇ ਫਿਰ ਸਾਡੇ ਮੇਰੇ ਕੋਲ 2 ਘੰਟੇ ਪਏ ਸੀਗੇ, ਫਿਰ ਅਸੀਂ ਉਹਨਾਂ ਨੇ ਉਹ ਚੈੱਕ ਕੀਤੀ ਆ ਤਾਂ ਚੜਾਉਂਦੇ ਆ, ਅਦਰਵਾਈਜ਼ ਨਹੀਂ ਚੜਾਉਂਦੇ। ਤੇ ਫਿਰ ਇੱਥੇ ਆ ਕੇ ਲੈਂਡ ਹੋਏ ਜੀ। ਲੈਂਡ ਦੇ ਵਿੱਚ ਤਾਂ ਕੋਈ ਡਿਫਿਕਲਟੀ ਨਹੀਂ ਹੋਈ, ਸਿਰਫ ਇੱਕ ਜਿੱਦਾਂ ਆਪਾਂ ਜਾਣ ਲੱਗੇ ਇੱਕ ਐਪ ਡਾਊਨਲੋਡ ਕਰਦੇ ਆ ਇੰਡੀਅਨ ਗਵਰਨਮੈਂਟ ਦਾ, ਇਦਾਂ ਹੀ ਆਪਾਂ ਕੈਨੇਡੀਅਨ ਗਵਰਨਮੈਂਟ ਦਾ ਅਰਾਈਵ ਕੈਨੇਡਾ ਡਾਊਨਲੋਡ ਕਰਕੇ ਤੇ ਉਹਦੇ ਵਿੱਚ ਇਨਫੋਰਮੇਸ਼ਨ ਲਓ ਤੇ ਸਾਰੀ ਆ ਜਾਂਦੀ ਹੈ। ਬਿਲਕੁਲ ਠੀਕ ਹੈ ਜੀ। ਇੱਥੇ ਇਹਨਾਂ ਨੇ ਐਪ ਦਾ ਜ਼ਿਕਰ ਕੀਤਾ ਹੈਗਾ ਭਾਜੀ ਨੇ, ਹਰੀ ਭਾਜੀ ਨੇ, ਤੇ ਉਹਦੇ ਬਾਰੇ ਵੀ ਮੈਂ ਦੱਸਦਾ ਹਾਂ। ਇੱਥੇ ਆਉਣ ਵਾਸਤੇ ਯਾਨੀ ਕਿ ਕੈਨੇਡਾ 'ਚ ਤੁਸੀਂ ਐਂਟਰ ਕਰਨਾ ਹੈਗਾ ਕਿਤੇੋਂ ਵੀ ਵਰਲਡ 'ਚੋਂ, ਤਾਂ ਇੱਕ ਅਰਾਈਵ ਕੈਨ ਨਾਮ ਦੀ ਐਪ ਹੈਗੀ ਹੈ ਜਿਹੜੀ ਕਿ ਤੁਸੀਂ ਆਪਣੇ ਸਪੈਲਿੰਗ ਦੱਸ ਦਿਓ ਥੋੜਾ ਜਿਹਾ ਕਈ ਨੂੰ। ਅਰਾਈਵ ਕੈਨ ARRIVECAN ਅਰਾਈਵ ਕੈਨ। ਇਹ ਅਰਾਈਵ ਕੈਨ ਦੀ ਜਿਹੜੀ ਐਪ ਹੈਗੀ ਹੈ ਉਹ ਤੁਸੀਂ ਆਪਣੇ ਫੋਨ ਦੇ ਉੱਪਰ ਡਾਊਨਲੋਡ ਕਰਨੀ ਹੈ। ਬਿਲਕੁਲ ਉਸੇ ਤਰ੍ਹਾਂ ਦੀ ਇਨਫੋਰਮੇਸ਼ਨ ਜਾਣਕਾਰੀ ਜਿਹੜੀ ਕਿ ਤੁਸੀਂ ਇੱਥੇ ਜਾਣ ਲੱਗੇ ਭਰੀ ਹੋਈ ਹੋਊਗੀ, ਉਹੀ ਜਾਣਕਾਰੀ ਤੁਸੀਂ ਇੱਥੇ ਭਰਨੀ ਹੈਗੀ ਹੈ ਇਸੇ ਐਪ ਦੇ ਵਿੱਚ। ਨਾਲੇ ਤੁਸੀਂ ਆਪਣੇ ਜਿਹੜੇ ਟੈਸਟ ਹੈਗੇ ਆ ਅਪਲੋਡ ਕਰਨੇ ਹੈਗੇ। ਬਿਲਕੁਲ ਜੀ, ਇਸ ਤਰ੍ਹਾਂ ਉਹ ਮੇਰੀ ਜਰਨੀ ਹੋਈ ਹੈ ਜੀ, ਤੇ ਬਹੁਤ ਵਧੀਆ ਲੱਗੀ ਹੈ ਤੇ ਬਹੁਤ ਢੰਗ ਨਾਲ। ਤੇ ਜੇ ਵਧੀਆ ਨਾ ਹੁੰਦੀ ਹੁਣ ਨੂੰ ਆਪਾਂ ਇਸ ਸੀਟ ਤੇ ਨਾ ਬੈਠਦੇ, ਉਹਦੇ ਦੱਸਦੇ ਨਾ। ਦੋਸਤੋ ਫਾਰਮਾਂ ਤੋਂ ਡਰਿਓ, ਤੇ ਜੋ ਤੁਹਾਨੂੰ ਇਸ ਇਨਫੋਰਮੇਸ਼ਨ ਤੋਂ ਮਿਲਣਾ, ਮੈਂ ਕਹਿੰਦਾ ਸ਼ਾਇਦ ਤੁਹਾਨੂੰ ਹੈਲਪ ਜ਼ਰੂਰ ਮਿਲੇਗੀ ਵੀ, ਕਿਉਂਕਿ ਟਰੂ ਆ, ਮੇਰੇ ਨਾਲ ਬੀਤੀ ਆ ਤੇ ਇਦਾਂ ਹੀ ਆ। ਚਲੋ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਇੰਡੀਆ ਦਾ ਐਕਸਪੀਰੀਅੰਸ ਕਰਕੇ ਆਏ ਹੋ ਔਰ ਤੁਸੀਂ 2 ਮਹੀਨੇ ਉੱਥੇ ਰਹਿ ਕੇ ਆਏ। ਹਾਂਜੀ, ਤੁਸੀਂ ਹਾਲਾਂਕਿ 1 ਮਹੀਨੇ ਵਾਸਤੇ ਪਲਾਨ ਕਰਕੇ ਗਏ ਸੀਗੇ, ਪਰ ਜਿਸ ਤਰ੍ਹਾਂ ਵੀ ਤੁਹਾਨੂੰ ਰਹਿਣਾ ਪੈ ਗਿਆ ਉੱਥੇ, ਪਰ ਉਹ ਜਿੰਨਾ ਵੀ ਰਹਿਣਾ ਪਵੇ ਮੈਨੂੰ ਤਾਂ ਇਹ ਲੱਗਦਾ ਉਹ ਘੱਟ ਹੀ ਹੁੰਦਾ। ਹਾਂਜੀ, ਥੋੜਾ ਵਾਪਸ ਆਉਣ ਨੂੰ ਦਿਲ ਨਹੀਂ ਕਰਦਾ ਆਮ ਤੌਰ ਤੇ ਜਾਣ ਕੇ ਬੜੀ ਖੁਸ਼ੀ ਹੋਈ ਜੀ। ਸੋ ਜਿਹੜਾ ਇਹ ਪ੍ਰੋਗਰਾਮ ਸੀਗਾ ਮੇਨਲੀ ਤਾਂ ਮੈਂ ਤੁਹਾਡੇ ਤੋਂ ਕੁਐਸਚਨਸ ਤੁਸੀਂ ਹਾਲਾਂਕਿ ਮੇਰੇ ਤੋਂ ਪੁੱਛਣੇ ਸੀਗੇ, ਪਰ ਅੱਜ ਮੈਂ ਇੱਥੇ ਮਾਈਂਡ ਬਣਾ ਕੇ ਬੈਠਾ ਸੀ ਕਿ ਮੈਂ ਭਾਜੀ ਦੀ ਇੰਟਰਵਿਊ ਲਊਂਗਾ। ਅੱਛਾ ਜੀ। ਤਾਂ ਕਿ ਮੇਰਾ ਮੰਨਣਾ ਹੈ ਕਿ ਜਿਹੜਾ ਵੀਜ਼ਾ, ਚਾਹੇ ਮੈਂ ਕੈਨੇਡੀਅਨ ਵੀਜ਼ਾ 'ਚ ਡੀਲ ਕਰਦਾ, ਪਰ ਆਪਣੇ ਬਹੁਤ ਸਾਰੇ ਜਿਹੜੇ ਕੈਨੇਡੀਅਨ ਇੱਥੇ ਭਰਾ ਭੈਣ ਹੈਗੇ ਨੇ ਜਿਨ੍ਹਾਂ ਨੇ ਜਾਣਾ ਹੈਗਾ, ਬਿਲਕੁਲ ਜਾਣਾ ਜਾਂ ਇੰਡੀਆ ਤੋਂ ਕਿਤੇ ਆਉਣਾ ਹੈਗਾ ਜਾਂ ਬਾਹਰੋਂ ਕਿਤੇ ਵੀ ਆਉਣਾ ਹੈਗਾ, ਉਹਨਾਂ ਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਜਿਹੜੀ ਕਿ ਮੇਰੇ ਕੋਲ ਨਹੀਂ, ਉਹ ਤੁਸੀਂ ਬੈਟਰ ਦੇ ਸਕਦੇ ਸੀ ਕਿਉਂਕਿ ਤੁਸੀਂ ਹੁਣੇ ਰੀਸੈਂਟਲੀ ਟਰੈਵਲ ਕਰਕੇ ਤੁਸੀਂ। ਕਿਉਂਕਿ ਕਈ ਬੰਦਿਆਂ ਨੂੰ ਨਹੀਂ ਪਤਾ, ਕਿਉਂਕਿ ਜਿਹੜੇ ਇੰਡੀਆ ਤੋਂ ਪੰਜਾਬ ਤੋਂ ਆਉਂਦੇ ਹਨ ਉਹਨਾਂ ਲਈ ਬੜੀ ਡਿਫਿਕਲਟੀ ਹੈ 10 ਤੋਂ 12 18 ਘੰਟੇ ਆਉਣਾ, ਠੀਕ ਨਹੀਂ। ਜਿਹੜੇ ਆਮ ਜਿਹੜੇ ਸਿੰਗਲ ਆਉਂਦੇ ਆ, ਕੋਈ ਪਿੰਡਾਂ ਦੇ ਆਉਂਦੇ ਆ ਵੀ ਬੱਸ ਚੜ੍ਹ ਕੇ ਆ ਗਏ ਹੈ ਨਾ, ਚਲੋ ਉੱਥੇ ਜਾ ਕੇ ਬਹਿ ਲਾਂਗੇ ਜਾਂ ਸੌਂ ਲਾਂਗੇ, ਬੜੀ ਡਿਫਿਕਲਟੀ ਉਹ 10-12 ਘੰਟੇ ਜਿਹੜੇ ਆ ਉਹ ਕੱਢਣੇ, ਜਿਹੜੇ ਕਿ ਬੜੇ ਮੁਸ਼ਕਲ ਹੁੰਦੇ ਆ। ਬਿਲਕੁਲ ਜੀ। ਹੁਣ ਸਾਡੇ ਪੰਜਾਬੀ ਨੂੰ ਤਾਂ ਹੋਰ ਅੱਗੇ ਫਿਰ 24 ਘੰਟੇ ਲਾਣੇ, 24 ਘੰਟੇ ਐਡੀਸ਼ਨ ਲੱਗ ਜਾਂਦੇ ਨੇ, ਕਿਉਂਕਿ ਅਸੀਂ ਦਿੱਲੀ ਤੋਂ ਫਿਰ ਅੱਗੇ ਆਪਣੀ ਜਗ੍ਹਾ ਪੰਜਾਬ 'ਚ ਜਾਣਾ ਹੈਗਾ, ਉੱਥੋਂ ਆਉਣਾ ਵੀ ਹੈਗਾ ਇਸੇ ਤਰ੍ਹਾਂ। ਫਿਰ ਉੱਪਰੋਂ ਟੈਸਟਾਂ ਦੀ ਜਿਹੜੀ ਰਿਕੁਆਇਰਮੈਂਟਸ ਹੈਗੀਆਂ ਨੇ 18 ਘੰਟੇ ਪਹਿਲਾਂ ਜਾਂ 72 ਘੰਟੇ ਪਹਿਲਾਂ ਉਸ ਹਿਸਾਬ ਨਾਲ ਆਉਣਾ ਹੈਗਾ ਪਹਿਲਾਂ। ਜਿਹੜੀ ਸਾਡੀ ਜਰਨੀ ਹੈਗੀ ਉਹ ਕਾਫੀ ਲੰਬੀ ਹੋ ਜਾਂਦੀ ਹੈ, ਖਾਸ ਕਰਕੇ ਫਰਮ ਹੋਮ ਟੂ 에어ਪੋਰਟ, 에어ਪੋਰਟ ਟੂ ਹੋਮ। ਦੇਖੋ ਇੱਥੋਂ ਜੇ ਦੁਬਈ ਨੂੰ ਲਾਈਏ 12 ਤੋਂ 13 ਘੰਟੇ, 4 ਘੰਟੇ ਉੱਥੇ ਬਹਿ ਲਓ, 16 ਘੰਟੇ 5 ਘੰਟੇ ਫੇਰ ਲਾਓ ਜੀ ਡਰਾਈਵ। ਬਿਲਕੁਲ ਜੀ, 21 ਘੰਟੇ ਤੇ 21 ਘੰਟੇ ਤੋਂ ਬਾਅਦ ਫਿਰ ਜਿਹੜੇ 8 9 10 ਘੰਟੇ ਜਿਹੜੇ ਆਪਣੇ ਕਹਿੰਦੇ ਉਹ ਡਿਪੈਂਡ ਆ ਤੁਹਾਨੂੰ ਪੰਜਾਬ ਦੇ ਵਿੱਚ ਕਿਹੜੀ ਜਗ੍ਹਾ ਤੋਂ ਤੁਸੀਂ ਜਾਣਾ ਹੈ, ਤੇ ਉਹ ਲੱਗਦੇ ਆ। ਕਿਉਂਕਿ ਧਾਨੇ ਕਰਕੇ ਥੋੜਾ ਜਿਹਾ 2 ਤੋਂ 3 ਘੰਟੇ ਫਾਲਤੂ ਲੱਗਦੇ ਜੀ ਨਿਕਲਦੇ ਹੈ ਨਾ। ਮੈਨੂੰ ਵੀ ਲੱਗੇ ਆ ਤੇ ਆਉਣ ਲੱਗੇ ਵੀ ਲੱਗੇ ਆ, ਕਿਉਂਕਿ ਉਹ ਹਿਸਾਬ ਨਾਲ ਬੰਦਾ ਆਉਂਦਾ, ਨਹੀਂ ਤਾਂ ਬੰਦਾ ਕਹਿੰਦਾ ਵੀ 4-5 ਘੰਟਿਆਂ ਦੇ ਬੰਦਾ ਦਿੱਲੀ ਪਹੁੰਚ ਜਾਂਦਾ ਹੈ, ਤੇ ਇਸ ਕਰਕੇ ਹੋ ਜਾਂਦਾ ਹੈ। ਤੇ ਬਿਲਕੁਲ ਠੀਕ ਹੈ ਜੀ। ਤੇ ਬਹੁਤ ਮਤਲਬ ਜਿਹੜਾ ਤੁਹਾਡਾ ਥੈਂਕ ਯੂ ਇਸ ਦਾ ਕਿ ਤੁਸੀਂ ਇੰਨੀ ਲੇਟੈਸਟ ਇਨਫੋਰਮੇਸ਼ਨ ਤੁਸੀਂ ਆਪਣੇ ਇੰਡੀਅਨ ਵੀਜ਼ਾਸ ਬਾਰੇ ਦਿੱਤੀ ਹੈਗੀ ਹੈ, ਇੰਡੀਅਨ ਟਰੈਵਲਿੰਗ ਬਾਰੇ ਦਿੱਤੀ ਹੈਗੀ ਹੈ। ਬਿਲਕੁਲ ਜੀ। ਤੇ ਜਾਣ ਤੋਂ ਪਹਿਲਾਂ ਅੱਜ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਫਿਨਿਸ਼ ਕਰੀਏ, ਇੱਕ ਵਾਰ ਫਿਰ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਹਨ ਕੈਨੇਡੀਅਨ ਵੀਜ਼ਾ ਬਾਰੇ ਵੀ ਮੈਂ ਦੱਸ ਦੇਣਾ ਚਾਹੁੰਦਾ। ਜਿਸਨੇ ਵੀ ਕੋਈ ਜਾਣਕਾਰੀ ਲੈਣੀ ਹੈਗੀ ਹੈ ਕੈਨੇਡੀਅਨ ਵੀਜ਼ਾ ਬਾਰੇ, ਆਉਣ ਵਾਲਾ ਟਾਈਮ ਜਿਵੇਂ ਕਿ ਆਪਾਂ ਇਸ ਸਾਲ ਦੇ ਐਂਡ 'ਚ ਜਾ ਰਹੇ ਹਾਂ, ਮੈਂ ਫਿਰ ਵਾਂਸ ਅਗੇਨ ਜਿਵੇਂ ਹਰ ਇੱਕ ਵਾਰ ਬੇਨਤੀ ਕਰਦਾ, ਮੈਂ ਫਿਰ ਕਰੂੰਗਾ ਕਿ ਕੇਅਰ ਗਿਵਰ ਪ੍ਰੋਗਰਾਮ ਹੋ ਗਿਆ ਜਾਂ ਜਿਹੜੇ ਬਜ਼ੁਰਗਾਂ ਦੀ ਕੇਅਰ ਵਾਸਤੇ ਪ੍ਰੋਗਰਾਮ ਹੈਗਾ ਹੋਮ ਸਪੋਰਟ ਵਰਕਰ, ਉਹਨਾਂ ਦਾ ਜਿਹੜਾ ਕੋਟਾ ਹੈਗਾ ਉਹ ਜਨਵਰੀ ਤੋਂ ਫਿਰ ਦੁਬਾਰਾ ਸ਼ੁਰੂ ਹੋ ਜਾਣਾ ਹੈਗਾ। ਉਹਦੇ ਵਾਸਤੇ ਜੋ ਵੀ ਤੁਹਾਡੇ ਦਿਮਾਗ 'ਚ ਹੈਗਾ, ਜੇ ਤੁਸੀਂ ਤਿਆਰੀ ਕਰ ਰਹੇ ਹੋ, ਪਲੈਨਿੰਗ ਕਰ ਰਹੇ ਹੋ, ਤਾਂ ਦਿਸ ਇਜ਼ ਦ ਰਾਈਟ ਟਾਈਮ। ਨਵੰਬਰ ਸ਼ੁਰੂ ਹੋ ਚੁੱਕਿਆ ਹੈ, ਅਗਲਾ 1 ਮਹੀਨਾ ਸਿਰਫ ਰਹਿ ਗਿਆ ਆਪਣੇ ਕੋਲੇ।
ਪੇਰੈਂਟਸ ਨੂੰ ਮੰਗਾਉਣਾ ਜੀ। ਪੇਰੈਂਟਸ ਨੂੰ ਉਹ ਬੜਾ ਉਹ ਲੱਗਦਾ ਪ੍ਰੋਗਰਾਮ ਹੈ ਜੀ, ਪਰ ਇਹ ਨੈਨੀਜ਼ ਦਾ ਪ੍ਰੋਗਰਾਮ ਹੈਗਾ ਜਾਂ ਜਿਨ੍ਹਾਂ ਦੀ ਬਜ਼ੁਰਗਾਂ ਦੀ ਕੇਅਰ ਵਾਸਤੇ ਜਿਹੜੇ ਹੋਮ ਸਪੋਰਟ ਵਰਕਰਸ ਹੈਗੇ ਉਹਨਾਂ ਵਾਸਤੇ। ਹਾਂ ਭਾਜੀ ਨੇ ਹੁਣ ਪੇਰੈਂਟਸ ਦਾ ਨਾਮ ਲਿਆ ਤਾਂ ਮੈਂ ਪੇਰੈਂਟਸ ਬਾਰੇ ਵੀ ਦੱਸ ਦਵਾਂ। ਜਿਨ੍ਹਾਂ ਨੂੰ ਇਨਵੀਟੇਸ਼ਨਸ ਆਏ ਹੋਏ ਨੇ, ਪਿਛਲੇ ਜਿਹੜਾ ਕੋਟਾ ਜਦੋਂ 10,000 ਤੋਂ 30,000 ਵਧਾਇਆ ਸੀਗਾ, 40 ਟੋਟਲ 40,000 ਐਪਲੀਕੇਸ਼ਨ ਸੀਗੀਆਂ। ਬਹੁਤ ਸਾਰੇ ਮੇਰੇ ਕਲਾਇੰਟਸ ਵੀ ਜਾਂ ਹੋਰ ਵੀ ਮੇਰੇ ਜਾਣਕਾਰੀ ਦੇ ਵਿੱਚ ਬਹੁਤ ਸਾਰੇ ਨੂੰ ਇਨਵੀਟੇਸ਼ਨਸ ਆਏ ਹੈਗੇ ਨੇ। ਉਹਨਾਂ ਦੀ ਜਿਹੜੀ ਡੇਟ ਹੈਗੀ ਹੈ ਮੈਕਸਿਮਮ 7 ਦਸੰਬਰ ਤੱਕ ਹੈਗੀ ਹੈ, ਤਾਂ ਉਹਨਾਂ ਦੇ ਵਿੱਚ ਵੀ ਬੜੀ ਧਿਆਨ ਨਾਲ ਭਰਨ ਵਾਲੀਆਂ ਐਪਲੀਕੇਸ਼ਨਾਂ ਹੁੰਦੀਆਂ ਇਹ। ਔਰ ਬੜਾ ਇੱਕ ਲਾਈਫ ਟਾਈਮ ਅਪਰਚੁਨਿਟੀ ਤੁਹਾਨੂੰ ਮਿਲੀ ਹੈਗੀ ਜਿਹਨਾਂ ਨੂੰ ਸਪਾਂਸਰ ਕਰਨਾ ਪੇਰੈਂਟਸ ਨੂੰ। ਤੇ ਉਹਦੇ ਵਾਸਤੇ ਵੀ ਤੁਹਾਡੇ ਕੋਲ ਜੇ ਕੋਈ ਕੁਐਸਚਨਸ ਹੋਣ ਜਾਂ ਤੁਸੀਂ ਆਪਣੀ ਫਾਈਲ ਚੈੱਕ ਕਰਵਾਉਣੀ ਹੋਵੇ ਜਾਂ ਸਾਡੇ ਤੋਂ ਜਾਣਕਾਰੀ ਲੈਣੀ ਹੋਵੇ ਜਾਂ ਸਾਡੀ ਸਰਵਿਸਿਜ਼ ਲੈਣੀਆਂ ਹੋਣ ਤਾਂ ਸਾਨੂੰ ਬਿਲਕੁਲ ਕੰਟੈਕਟ ਕੀਤਾ ਜਾ ਸਕਦਾ ਹੈਗਾ। ਸਾਡਾ ਜਿਹੜਾ ਮੇਰਾ ਕੰਟੈਕਟ ਨੰਬਰ ਹੈਗਾ ਉਹ ਹੈਗਾ 647 9785900। ਮਿਸੀਸਾਗਾ ਦੇ ਵਿੱਚ ਸਾਡਾ ਆਫਿਸ ਹੈਗਾ। ਡੇਅਰੀ ਐਂਡ ਮਿਲਕ ਕ੍ਰੀਕ ਜਿਹੜਾ ਹੈਗਾ ਉਹ ਮੇਜਰ ਇੰਟਰਸੈਕਸ਼ਨ ਹੈਗਾ। ਤੁਹਾਨੂੰ ਕੰਟੈਕਟ ਕਰਕੇ ਫੋਨ ਕਰਕੇ ਅਪਾਇੰਟਮੈਂਟ ਬਣਾ ਕੇ ਸਾਨੂੰ ਮਿਲਿਆ ਜਾ ਸਕਦਾ ਹੈ ਤੇ ਵਧੇਰੀ ਜਾਣਕਾਰੀ ਚਾਹੀਦੀ। ਬਿਲਕੁਲ ਜੀ, ਇਸੇ ਤਰ੍ਹਾਂ ਆਪਾਂ ਇੱਥੇ ਕਰੀਏ ਸਮਾਪਤੀ ਤੇ ਅਗਲੇ ਹਫਤੇ ਫਿਰ ਮਿਲ ਦਾਂਗੇ ਇਸੇ ਮੰਚ ਦੇ ਵਿੱਚ ਇਮੀਗ੍ਰੇਸ਼ਨ ਨਵੇਂ ਰੂਲ ਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ। ਸਤਿ ਸ਼੍ਰੀ ਅਕਾਲ।